ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਐਨਸੀਈਆਰਟੀ ਭੂਗੋਲ ਦੇ 11ਵੇਂ ਦਿਨ 10ਵੇਂ ਲੈਕਚਰ ਦੇ ਭਾਗ 1 ਵਿੱਚ। 11ਵੇਂ ਦਿਨ ਦੇ ਦੋ ਭਾਗ ਹੈ। ਪਹਿਲਾ ਭਾਗ ਤੇ ਤੋਂ ਬਾਅਦ ਜਿਹੜਾ ਦੂਜਾ ਭਾਗ ਕਰਾਂਗੇ ਉਹ ਆਖਰੀ ਲੈਕਚਰ ਹੋਊਗਾ ਇਸ ਪੂਰੀ ਐਨਸੀਈਆਰਟੀ ਭੂਗੋਲ ਦਾ, ਜਿਹਦੇ ਨਾਲ ਆਪਾਂ ਦੋ ਐਨਸੀਈਆਰਟੀਜ਼ ਖਤਮ ਕਰ ਚੁੱਕੇ ਹੋਵਾਂਗੇ। ਇੱਕ ਤਾਂ ਆਪਣੀ ਰਾਜਨੀਤੀ ਦੀ ਤੇ ਦੂਜਾ ਆਪਣੀ ਭੂਗੋਲ ਦੀ। ਇਸ ਤੋਂ ਬਾਅਦ ਤੁਹਾਡਾ ਟੈਸਟ ਹੋਊਗਾ 100 ਕੁਐਸਚਨ ਦਾ, ਬਿਲਕੁਲ ਜਿਵੇਂ ਪੇਪਰ ਵਿੱਚ ਪ੍ਰੀਲਿਮਸ ਦਾ ਪੇਪਰ ਹੁੰਦਾ ਹੈ ਉਸੇ ਤਰੀਕੇ ਦਾ। ਇਹ ਜਿਹੜਾ ਟੈਸਟ ਹੋਊਗਾ ਇਹ ਆਪਣੀ ਵੈਬਸਾਈਟ ਤੇ ਹੋਊਗਾ ਤੇ ਜੇ ਤੁਸੀਂ ਨਹੀਂ ਰਜਿਸਟਰ ਕੀਤਾ ਓਬਵੀਅਸਲੀ ਥੋੜੇ ਦਿਨ ਬਾਅਦ ਉੱਥੇ ਇੱਕ ਇੱਕ ਦਿਨ ਕਰਕੇ ਪੇਰ ਹੋਣਗੇ। ਠੀਕ ਹੈ, ਤਾਂ ਹੁਣੇ ਤੋਂ ਰਜਿਸਟਰ ਕਰੋ ਤਾਂ ਕਿ ਤੁਸੀਂ ਪੂਰੀ ਟੈਸਟ ਸੀਰੀਜ਼ ਦਾ ਨਾਲ ਪੂਰਾ ਇਸਤੇਮਾਲ ਕਰ ਸਕੋ। ਜੋ ਲੇਟੈਸਟ ਟੈਸਟ ਹੈਗੇ ਆ ਵਿਦ ਆਨਸਰ ਕੀ, ਡਿਟੇਲਡ ਆਨਸਰ ਕੀ ਮਿਲਣਗੇ, ਉਹ 'ਚ ਕੋਈ ਐਕਸਟਰਾ ਇਨਫੋਰਮੇਸ਼ਨ ਵੀ ਹੋਊਗੀ, ਕੋਈ ਐਕਸਟਰਾ ਕੁਐਸਚਨ ਵੀ ਹੋਊਗਾ, ਤੁਹਾਨੂੰ ਸਾਰੇ ਦੇ ਸਾਰੇ ਵੀ ਨਾਲ ਦੀ ਨਾਲ ਤੁਹਾਨੂੰ ਪਤਾ ਚੱਲਦੇ ਜਾਣ। ਠੀਕ ਹੈ, ਤਾਂ ਕੱਲ ਦਾ ਲੈਕਚਰ ਇਸੇ ਚੀਜ਼ ਨੂੰ ਡਿਵੋਟਡ ਹੈ ਕਿ ਕੱਲ ਲੈਕਚਰ ਦੀ ਜਗ੍ਹਾ ਤੁਹਾਡੇ ਟੈਸਟ ਹੋਊਗਾ, ਤੁਸੀਂ ਸਾਰਿਆਂ ਨੇ ਟੈਸਟ ਅਟੈਂਪਟ ਕਰਨਾ। ਠੀਕ ਹੈ, ਹੁਣ ਜਿਹੜਾ ਅੱਜ ਦਾ ਵਿਸ਼ਾ ਹੈ, ਅੱਜ ਆਪਾਂ ਆਰਥਿਕ ਭੂਗੋਲ ਸ਼ੁਰੂ ਕਰਨ ਲੱਗੇ ਹਾਂ। ਦੇਖੋ, ਇਹ ਇਦਾਂ ਦਾ ਸਬਜੈਕਟ ਹੈ ਜਿੱਥੇ ਮਤਲਬ ਹਜੇ ਆਪਾਂ ਇਹਦੀ ਥੋੜੀ ਬਹੁਤੀ ਗੱਲ ਕਰਾਂਗੇ, ਜਿੱਥੇ ਆਪਾਂ ਅੱਡ-ਅੱਡ ਕੁਝ ਮਿਨਰਲਸ ਦੇ ਬਾਰੇ, ਕੁਝ ਜਿਵੇਂ ਲੋਹੇ ਦੇ ਬਾਰੇ, ਮਿੱਕਾ ਦੇ ਬਾਰੇ, ਇਹ ਚੀਜ਼ਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕਿਸ ਕਿਸਮਾਂ ਵਿੱਚ ਆਪਾਂ ਵੰਡਦੇ ਹਾਂ ਸਰੋਤਾਂ ਨੂੰ, ਇਸ ਚੀਜ਼ ਨੂੰ ਆਪਾਂ ਨੂੰ ਸਮਝਣਾ ਜ਼ਰੂਰੀ ਹੈ। ਦੇਖੋ, ਆਪਾਂ ਸਾਰੀ ਚੀਜ਼ਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਉਹਨਾਂ ਦਾ ਆਧਾਰਿਕ ਤੌਰ ਤੇ ਉਹਨਾਂ ਦਾ ਮੁੜ ਭਰਨ ਦੇ ਤੌਰ ਤੇ, ਜਾਂ ਜਿਹਨੂੰ ਆਪਾਂ ਰੀਪਲੈਨਿਸ਼ਮੈਂਟ ਕਹਿੰਦੇ ਆ, ਮੁੜ ਭਰਨ ਦੇ ਤੌਰ ਤੇ ਵੰਡਿਆ ਜਾ ਸਕਦਾ। ਜਿਹੜੇ ਆ ਆਧਾਰਿਤ ਕਿਸ ਚੀਜ਼ ਉੱਤੇ? ਦੇਖੋ, ਕੋਈ ਵੀ ਜਿਹੜੀ ਆਪਾਂ ਨੂੰ ਰਿਸੋਰਸ ਮਿਲਦੀ ਹੈ, ਆਪਾਂ ਲੈਟਸ ਸਪੋਜ਼ ਆਪਾਂ ਕਹਿੰਦੇ ਆ ਕਿ ਜਿਹੜਾ ਆਪਣਾ ਲਦਾਖ ਦਾ ਇਲਾਕਾ ਹੈ, ਲਦਾਖ ਦੇ ਇਲਾਕੇ ਵਿੱਚ ਆਪਾਂ ਨੂੰ ਯੂਰੇਨੀਅਮ ਮਿਲ ਸਕਦਾ ਹੈ। ਠੀਕ ਹੈ, ਯੂਰੇਨੀਅਮ ਜਿਹੜਾ ਆਪਾਂ ਨਿਊਕਲੀਅਰ ਪੰਪ ਬਣਾਉਣ ਲਈ ਵੀ ਯੂਜ਼ ਕਰ ਸਕਦੇ ਹਾਂ। ਠੀਕ ਹੈ, ਤੇ ਆਪਣੇ ਨਿਊਕਲੀਅਰ ਪਾਵਰ ਪਲਾਂਟਸ ਵਿੱਚ ਵੀ ਯੂਜ਼ ਹੋ ਸਕਦਾ ਹੈ। ਹੁਣ ਆਪਾਂ ਨੂੰ ਪਤਾ ਹੈ ਕਿ ਉੱਥੇ ਯੂਰੇਨੀਅਮ ਹੈਗਾ, ਪਰ ਹਜੇ ਆਪਾਂ ਉਹਨੂੰ ਨਾ ਉੱਥੇ ਆਪਾਂ ਖੁਦਾਈ ਸ਼ੁਰੂ ਕੀਤੀ ਹੈ ਕਿ ਆਪਾਂ ਮਾਈਨਸ ਬਣਾ ਕੇ ਉੱਥੇ ਸਾਰਾ ਉਹਨੂੰ ਕੱਢਣਾ ਸ਼ੁਰੂ ਕਰੀਏ ਧਰਤੀ ਚੋਂ, ਨਾ ਹਜੇ ਆਪਾਂ ਐਸਟੀਮੇਟ ਲਾਇਆ ਕਿ ਹੈਗਾ ਕਿੰਨਾ ਹੈ। ਬਸ ਆਪਾਂ ਨੂੰ ਇਹ ਪਤਾ ਹੈ ਕਿ ਹਾਂ ਉੱਥੇ ਹੈਗਾ, ਆਪਾਂ ਇੰਨੀ ਕੁ ਬਸ ਰਿਸਰਚ ਕਰਕੇ ਰੱਖੀ ਹੈ। ਇਦਾਂ ਆਪਾਂ ਨੂੰ ਜਦੋਂ ਕਿਸੇ ਰਿਸੋਰਸ ਬਾਰੇ ਬਸ ਪਤਾ ਹੁੰਦਾ ਨਾ, ਉਹਨੂੰ ਆਪਾਂ ਕਹਿੰਦੇ ਆ ਉੱਥੇ ਸੰਭਾਵਿਕ ਹੈ ਕਿ ਇੰਨਾ ਆਪਾਂ ਨੂੰ ਮਿਲ ਸਕਦਾ। ਜਿਹਨੂੰ ਆਪਾਂ ਕੱਢਣਾ ਸ਼ੁਰੂ ਕਰ ਦਿੰਨੇ ਆ, ਜਿਹਦੀ ਆਪਾਂ ਮਾਈਨਿੰਗ ਕਰਨੀ ਸ਼ੁਰੂ ਕਰਤੀ, ਉਹਨੂੰ ਉੱਥੋਂ ਕੱਢਣਾ ਸ਼ੁਰੂ ਕਰਤਾ, ਉਹਨੂੰ ਆਪਾਂ ਕਹਿੰਦੇ ਕਿ ਅਸਲੀ ਸਰੋਤ ਆਪਣੇ ਕੋਲੇ ਹੈਗਾ ਕਿੰਨਾ। ਜਦੋਂ ਆਪਾਂ ਪੂਰਾ ਐਸਟੀਮੇਟ ਵੀ ਬਿਠਾ ਲਿਆ ਕਿ ਅੱਛਾ ਇੱਥੋਂ ਦੀ ਇੰਨਾ ਨਿਕਲ ਜੂਗਾ, ਉਹ ਹੋਇਆ ਅਸਲੀ। ਸੰਭਾਵਕ ਦਾ ਮਤਲਬ ਹੈ ਸਿਰਫ ਆਪਾਂ ਨੂੰ ਐਸਟੀਮੇਟ ਹੈ ਕਿ ਇੱਥੇ ਹੈਗਾ ਤੇ ਕੁਝ ਤਾਂ ਨਿਕਲ ਆਊਗਾ। ਹਜੇ ਉਹਨੂੰ ਆਪਾਂ ਕੱਢਣਾ ਨਹੀਂ ਸ਼ੁਰੂ ਕੀਤਾ, ਪ੍ਰੋਪਰ ਮੈਜ਼ਰਮੈਂਟ ਨਹੀਂ ਲੈਣੀਆਂ ਸ਼ੁਰੂ ਕੀਤੀਆਂ, ਕੁਝ ਨਹੀਂ ਕੀਤਾ। ਤਾਂ ਇਹ ਇਸ ਚੀਜ਼ ਵਿੱਚ ਫਰਕ ਹੈ। ਠੀਕ ਹੈ, ਹੁਣ ਇਸ ਤੋਂ ਬਾਅਦ ਮੁੜ ਭਰਨ ਨੂੰ ਵੀ ਆਪਾਂ ਦੋ ਹਿੱਸੇ ਵਿੱਚ ਵੰਡ ਸਕਦੇ ਹਾਂ, ਨਿਵਿਆਉਣ ਤੇ ਗੈਰ ਨਿਵਿਆਉਣ ਵਿੱਚ। ਨਿਵਿਆਉਣ ਦਾ ਇੰਗਲਿਸ਼ ਵਿੱਚ ਮਤਲਬ ਹੈ ਰਿਨਿਊਏਬਲ, ਤੇ ਗੈਰ ਨਿਵਿਆਉਣ ਦਾ ਮਤਲਬ ਨਾਨ ਰਿਨਿਊਏਬਲ। ਹੁਣ ਇਹਨਾਂ ਦਾ ਮਤਲਬ ਕੀ ਹੁੰਦਾ? ਦੇਖੋ, ਨਿਵਿਆਉਣ ਦਾ ਮਤਲਬ ਹੈ ਇਦਾਂ ਦੀ ਕੋਈ ਵੀ ਚੀਜ਼ ਜਿਹੜੀ ਵਾਪਸ ਤੁਹਾਡੀ ਦੁਆਰਾ ਆਉਂਦੀ ਰਹੂਗੀ। ਜਿਵੇਂ ਆਪਣਾ ਰੋਜ਼ ਸੂਰਜ ਹੈ, ਜੇ ਹੁਣ ਮੈਂ ਸੋਲਰ એનર્ਜੀ ਪਲਾਂਟ ਲਗਾ ਰਿਹਾ, ਸੋਲਰ ਪੈਨਲ ਲਗਾ ਰਿਹਾ, ਉਹ ਤੋਂ ਬਿਜਲੀ ਬਣਾ ਰਿਹਾ, ਪਾਣੀ ਗਰਮ ਕਰ ਰਹੇ, ਕੁਝ ਵੀ ਕਰ ਰਹੇ ਹਾਂ, ਉਹ ਪਤਾ ਹੀ ਹੈ ਨਾ ਕਿ ਰੋਜ਼ ਸੂਰਜ ਆਉਂਦਾ ਰਹੂਗਾ, ਤੇ ਉਹ ਮੈਨੂੰ ਜਿਹੜੀ ਊਰਜਾ ਹੈਗੀ, ਜਿਹੜਾ ਉਹਦਾ ਸਰੋਤ ਹੈ, ਉਹ ਤਾਂ ਰੋਜ਼ ਦਾ, ਉਹ ਵਾਰ-ਵਾਰ ਉਨਾ ਹੀ ਮਿਲਦਾ ਰਹੂਗਾ, ਘਟੂਗਾ ਨਹੀਂ। ਜਿਹੜਾ ਗੈਰ ਨਿਵਿਆਉਣ ਹੈ, ਜਿਵੇਂ ਆਪਣਾ ਕੋਲਾ ਹੋ ਗਿਆ, ਪੈਟਰੋਲ ਹੋ ਗਿਆ, ਡੀਜ਼ਲ ਹੋ ਗਿਆ। ਦੇਖੋ, ਹੁਣ ਇਹਦੀ ਡੈਫੀਨੇਸ਼ਨ ਕਦੀ ਪੇਪਰ 'ਚ ਗਲਤ ਨਾ ਕਰਿਓ, ਤਾਂ ਧਿਆਨ ਨਾਲ ਸੁਣਿਓ। ਕਈ ਵਾਰੀ ਤੁਹਾਨੂੰ ਪੁੱਛਿਆ ਜਾਂਦਾ ਤਾਂ ਐਕਸਪਲੇਨ ਕਰਨ ਲੱਗੇ ਲੋਕੀ ਇਹ ਬੋਲ ਦਿੰਦੇ, ਇਹ ਇਦਾਂ ਦੇ ਰਿਸੋਰਸ ਹੈ, ਇਦਾਂ ਦੇ ਸਰੋਤ ਹੈ ਜਿਹੜੇ ਕਦੀ ਮੁੱਕ ਜਾਣਗੇ। ਠੀਕ ਹੈ, ਇਹ ਅੱਧੀ ਡੈਫੀਨੇਸ਼ਨ ਹੈ। ਠੀਕ ਹੈ, ਇਦਾਂ ਨਹੀਂ ਹੁੰਦਾ ਕਿ ਇਹ ਸਰੋਤ ਕਦੀ ਵਾਪਸ ਨਹੀਂ ਆਉਂਦੇ। ਇਹ ਹੁਣ ਚੀਜ਼ ਧਿਆਨ ਨਾਲ ਸੁਣਿਓ। ਪਰ ਜਿੰਨੀ ਤੇਜ਼ੀ ਨਾਲ ਆਪਾਂ ਇਹਨਾਂ ਨੂੰ ਇਸਤੇਮਾਲ ਕਰ ਰਹੇ ਹਾਂ ਨਾ, ਉਨੀ ਤੇਜ਼ੀ ਨਾਲ ਨਹੀਂ ਇਹ ਵਾਪਸ ਆਉਣ ਵਾਲੇ। ਇਹਨਾਂ ਨੂੰ ਟਾਈਮ ਜ਼ਿਆਦਾ ਲੱਗੂਗਾ। ਠੀਕ ਹੈ, ਜਿਵੇਂ ਹੁਣ ਜਿਹੜੇ ਆਪਾਂ ਪੈਟਰੋਲ, ਡੀਜ਼ਲ, ਕੋਲ, ਇਹ ਸਭ ਕੁਝ ਵਰਤ ਰਹੇ ਹਾਂ ਨਾ, ਇਹ ਅੱਜ ਤੋਂ ਲੱਖਾਂ ਸਾਲ ਪੁਰਾਣਾ ਹੈ। ਤਾਂ ਆਪਾਂ ਜਿੰਨਾ ਤੇਜ਼ੀ ਨਾਲ ਯੂਜ਼ ਕਰ ਰਹੇ ਹਾਂ, ਇੰਨੀ ਤੇਜ਼ੀ ਨਾਲ ਇਹ ਬਣ ਨਹੀਂ ਵਾਲਾ। ਤਾਂ ਇਸ ਕਾਰਨ ਇਹਨੂੰ ਆਪਾਂ ਕਹਿੰਦੇ ਹਾਂ ਕਿ ਗੈਰ
ਨਿਵਿਆਉਣ ਹੈ ਕਿ ਉਹ ਸੇਮ ਕੁਆਂਟੀਟੀ ਵਿੱਚ ਉਨੀ ਮਾਤਰਾ ਵਿੱਚ ਇਹ ਉਨੀ ਛੇਤੀ ਨਹੀਂ ਆਉਣ ਵਾਲਾ। ਤਾਂ ਇਹਦਾ ਬਣਨ ਦਾ ਤਰੀਕਾ ਸਲੋ ਹੈ, ਇਸ ਕਾਰਨ ਇਹ ਇੱਕ ਵਾਰੀ ਲਈ ਘਟਦਾ ਜਾਊਗਾ। ਠੀਕ ਹੈ, ਤਾਂ ਆਪਾਂ ਇਹਨੂੰ ਕਹਿੰਦੇ ਹਾਂ ਕਿ ਇਹ ਇੰਨੀ ਛੇਤੀ ਨਹੀਂ ਬਣ ਰਿਹਾ, ਤਾਂ ਹੀ ਇਹ ਗੈਰ ਨਿਵਿਆਉਣ ਹੈ। ਨਿਵਿਆਉਣ ਆਪਾਂ ਉਹਨੂੰ ਕਹਿੰਦੇ ਹਾਂ ਜਿਹੜਾ ਉਨਾ ਹੀ ਸੇਮ ਮਾਤਰਾ ਵਿੱਚ ਦੁਬਾਰਾ ਤੋਂ ਬਣ ਜੇ। ਠੀਕ ਹੈ, ਸੂਰਜ ਰੋਜ਼ ਸੇਮ ਗਰਮੀ ਲੈ ਕੇ ਆ ਰਿਹਾ ਤਾਂ ਆਪਣਾ ਸੋਲਰ ਪੈਨਲ ਉਦਾਂ ਹੀ ਚੱਲਦੇ ਰਹਿਣਗੇ। ਇਸ ਤਰੀਕੇ ਨਾਲ ਇਹ ਫਰਕ ਸਮਝੋ। ਠੀਕ ਹੈ, ਜਦ ਮੀਨਸ ਦੀ ਵੀ ਡੈਫੀਨੇਸ਼ਨ ਲਿਖੋਗੇ ਗਲਤੀ ਨਹੀਂ ਕਰਨੀ। ਠੀਕ ਹੈ, ਜਾਂ ਕਦੀ ਕਿਸੇ ਨੇ ਪੁੱਛਿਆ ਤਾਂ ਲੱਗਣਾ ਚਾਹੀਦਾ ਕਿਸੇ ਚੰਗੇ ਟੀਚਰ ਨੇ ਪੜ੍ਹਾਇਆ, ਤਾਂ ਚੰਗੀ ਤਰ੍ਹਾਂ ਦੱਸਿਓ। ਠੀਕ ਹੈ, ਹੁਣ ਭਾਰਤ ਦੇ ਗੈਰ ਧਾਤੂ ਸੰਸਥਾਨ ਆਰਗੇਨਾਈਜੇਸ਼ਨ ਹੋਈ ਸੰਸਾਧਨ, ਗੈਰ ਧਾਤੂ ਸੰਸਾਧਨ ਜਿਹੜੇ ਹੈਗੇ ਇਹਦੇ ਵਿੱਚ ਆਪਾਂ ਸਟਾਰਟਿੰਗ ਵਿੱਚ ਦੋ ਪੜ੍ਹਨੇ ਆ NCERT ਲੈਵਲ ਤੇ। ਆਪਾਂ ਬਾਕੀ ਕਾਫੀ ਚੰਗੀ ਡਿਟੇਲ ਵਿੱਚ ਕਵਰ ਕਰਨਾ ਜਦੋਂ ਆਪਣੇ ਅੱਗੇ ਜਾ ਕੇ ਮੇਨ ਜੀਓਗ੍ਰਾਫੀ ਆਊਗੀ। ਇੱਕ ਹੈਗਾ ਮਾਈਕਾ ਤੇ ਦੂਜਾ ਹੈਗਾ ਚੂਨੇ ਦਾ ਪੱਥਰ। ਠੀਕ ਹੈ, ਦੇਖੋ ਇਹ ਦੋ ਕੀ ਇੰਪੋਰਟੈਂਟ ਨੇ। ਜਿਵੇਂ ਪਹਿਲਾਂ ਮਾਈਕੇ ਦੀ ਗੱਲ ਕਰੀਏ, ਭਾਰਤ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਡਿਊਸਰ ਹੈ ਮਾਈਕੇ ਦਾ। ਦੁਨੀਆ ਦਾ 60% ਜੋ ਮਾਈਕਾ ਹੈ ਨਾ ਉਹ ਸਿਰਫ ਭਾਰਤ ਬਣਾਉਂਦਾ ਹੈ। ਤਾਂ ਯਾਨੀ ਕਿ ਦੁਨੀਆ ਭਰ ਦੀ ਸਪਲਾਈ ਮਾਈਕੇ ਦੀ ਇੱਕ ਤਰੀਕੇ ਨਾਲ ਆਪਣੇ ਉੱਤੇ ਟਿਕੀ ਹੋਈ ਹੈ। ਤਾਂ ਆਪਾਂ ਕੰਟਰੋਲ ਬਣਾ ਕੇ ਰੱਖਿਆ ਹੋਇਆ, ਇਸ ਕਾਰਨ ਮਾਈਕਾ ਆਪਣੇ ਲਈ ਬਹੁਤ ਜ਼ਰੂਰੀ ਹੈ। ਆਮ ਸਾਰੀ ਸਟੇਟਸ ਵਿੱਚ ਮਿਲਦਾ ਹੈ, ਪਰ ਸਭ ਤੋਂ ਵੱਡਾ ਇਹ 'ਚ ਆਂਧਰਾ ਪ੍ਰਦੇਸ਼। ਭਾਰਤ ਦਾ ਜਿੰਨਾ ਵੀ ਰਿਜ਼ਰਵ ਆ ਮਾਈਕੇ ਦਾ, ਮਤਲਬ ਜਿੰਨਾ ਵੀ ਇਹ ਮਾਈਕਾ ਮਿਲਦਾ ਹੈ, ਉਹਦਾ 41% ਸਿਰਫ ਆਂਧਰਾ ਪ੍ਰਦੇਸ਼ ਵਿੱਚ ਹੈ। ਤੇ ਆਂਧਰਾ ਪ੍ਰਦੇਸ਼ ਨੇ ਇਹਨੂੰ ਬਹੁਤ ਚੰਗੀ ਤਰ੍ਹਾਂ ਯੂਜ਼ ਵੀ ਕੀਤਾ ਹੋਇਆ। ਜਿੰਨੇ ਭਾਰਤ ਦੇ ਅੰਦਰ ਜਿੰਨਾ ਵੀ ਉਤਪਾਦ ਹੁੰਦਾ ਹੈ ਨਾ, ਉਹਦਾ 93% ਵੀ ਆਂਧਰਾ ਪ੍ਰਦੇਸ਼ ਹੀ ਕਰਦਾ ਹੈ। ਤੇ ਇਸ ਚੀਜ਼ ਨੂੰ ਯਾਦ ਰੱਖਿਓ। ਚੂਨੇ ਦੀ ਪੱਥਰ ਦੀ ਗੱਲ ਕਰਾਂ, ਦੇਖੋ ਚੂਨੇ ਦਾ ਪੱਥਰ ਜਿੰਨਾ ਵੀ ਆਪਾਂ ਕੱਢਦੇ ਹਾਂ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਲਾਈਮਸਟੋਨ ਵੀ ਕਹਿ ਦਿੰਦੇ ਹਾਂ। ਠੀਕ ਹੈ, ਜੇ ਤੁਸੀਂ, ਮੈਂ ਤੁਹਾਨੂੰ ਰੌਕ ਸਿਸਟਮ ਤੋਂ ਬਾਅਦ ਤੁਹਾਨੂੰ ਰਿਸਰਚ ਕਰਨ ਨੂੰ ਕਿਹਾ ਸੀ, ਅੱਡ ਪੱਥਰਾਂ ਦੇ ਐਗਜ਼ਾਮਪਲ ਲਿਖਿਓ। ਜੇ ਨਹੀਂ ਲਿਖੇ ਤਾਂ ਪਲੀਜ਼ ਅੱਜ ਹੀ ਉਹ ਰਿਸਰਚ ਪੂਰੀ ਕਰਿਓ। ਤਾਂ ਲਾਈਮਸਟੋਨ ਜਿਹੜਾ ਪੱਥਰ ਹੈਗਾ, ਇਹਦਾ 75% ਸੀਮੈਂਟ ਉਦਯੋਗ ਵਿੱਚ ਇਸਤੇਮਾਲ ਹੋ ਜਾਂਦਾ, ਯਾਨੀ ਕਿ ਸੀਮੈਂਟ ਬਣਾਉਣ ਵਿੱਚ ਇਸਤੇਮਾਲ ਹੋ ਜਾਂਦਾ ਹੈ। 16% ਜਿਹੜੀ ਤੁਹਾਡੇ ਲੋਹਾ ਤੇ ਸਟੀਲ ਬਣਾਉਣ ਦੀ ਇੰਡਸਟਰੀ ਆ ਉਹ ਯੂਜ਼ ਕਰ ਲੈਂਦੀ ਹੈ। ਬਾਕੀ ਥੋੜੀ ਕਾਗਜ਼, ਖੰਡ, ਖਾਦਾਂ ਬਣਾਉਣ ਵਾਲੀ ਜਿਹੜੀ ਇੰਡਸਟਰੀ ਆ ਉਹਨਾਂ ਨੂੰ ਵੀ ਇਹ ਚਾਹੀਦਾ ਹੁੰਦਾ, ਇਹ ਬਾਕੀ ਇਸਤੇਮਾਲ ਕਰ ਲੈਂਦੇ ਆ। ਮੱਧ ਪ੍ਰਦੇਸ਼ ਭਾਰਤ ਦੀ ਸਭ ਤੋਂ ਵੱਡੀ ਉਤਪਾਦ ਕਰਨ ਵਾਲੀ ਸਟੇਟ ਹੈ ਲਾਈਮਸਟੋਨ ਦੇ ਮਾਮਲੇ 'ਚ। ਇਸ ਚੀਜ਼ ਨੂੰ ਵੀ ਯਾਦ ਰੱਖਿਓ। ਠੀਕ ਹੈ, ਸਭ ਤੋਂ ਵੱਡੀ ਮਾਈਨਾ ਉੱਥੇ ਹੀ ਆ ਮੱਧ ਪ੍ਰਦੇਸ਼ ਵਿੱਚ। ਹੁਣ ਗੱਲ ਕਰੀਏ ਭਾਰਤ ਦੇ ਵਿੱਚ ਜਿਹੜਾ ਲੋਹਾ ਪਾਇਆ ਜਾਂਦਾ। ਦੇਖੋ ਲੋਹੇ ਦੀਆਂ ਅੱਡ-ਅੱਡ ਕਿਸਮਾਂ ਹੁੰਦੀਆਂ। ਹੁਣ ਤੁਹਾਨੂੰ ਕਿਸਮਾਂ ਤੇ ਕਿੱਦਾਂ ਦੇ ਪੁਆਇੰਟ ਆ ਸਕਦੇ, ਮੈਂ ਤੁਹਾਨੂੰ ਉਹ ਇੱਥੇ ਦੱਸੂਗਾ। ਜਿਹੜਾ ਸਭ ਤੋਂ ਵਧੀਆ ਨੰਬਰ 1 ਲੋਹੇ ਦੀ ਕੁਆਲਿਟੀ ਹੁੰਦੀ ਹੈ ਨਾ, ਜਦੋਂ ਆਪਾਂ ਨੂੰ ਧਰਤੀ ਤੋਂ ਮਿਲਦਾ, ਉਦੋਂ ਆਹ ਕਿਸਮਾਂ ਹੁੰਦੀਆਂ। ਧਰਤੀ ਦੇ ਅੰਦਰ ਦੇਖੋ ਇਹ ਨਾ ਪੱਥਰਾਂ ਦੇ ਤੌਰ ਤੇ ਹੀ ਮਿਲਦਾ ਹੈ ਲੋਹਾ ਆਪਾਂ ਨੂੰ। ਠੀਕ ਹੈ, ਲੋਹੇ ਦਾ ਤਾਪ ਤਾਂ ਹੀ ਲਿਖਿਆ ਹੋਇਆ, ਪੱਥਰ ਦੇ ਤੌਰ ਤੇ ਆਪਾਂ ਨੂੰ ਮਿਲਦਾ। ਜਿਹੜਾ ਇਹ ਤੁਹਾਡਾ ਤਾਪ ਹੈ, ਇਹ ਆਪਣੇ ਆਪ 'ਚ ਕਦੀ ਪਿਓਰ ਲੋਹਾ ਨਹੀਂ ਹੁੰਦਾ। ਇਹਦੇ ਨਾਲ ਨਾ ਕੋਈ ਪੱਥਰ, ਕੋਈ ਹੋਰ ਐਲੀਮੈਂਟ ਜਾਂ ਥੋੜੀ ਘੱਟੋ ਘੱਟ ਆਕਸੀਜਨ ਤੇ ਇਹਦੇ ਨਾਲ ਜੁੜ ਕੇ ਰਿਐਕਟ ਕਰਕੇ, ਆਕਸੀਜਨ ਇੱਕ ਕਿੱਦਾਂ ਦੀ ਚੀਜ਼ ਹੈ ਜੋ ਅਕਸਰ ਹੀ ਹਰ ਚੀਜ਼ ਨਾਲ ਜੁੜ ਕੇ ਰਹਿਣ ਲੱਗ ਜਾਂਦੀ ਹੈ। ਕਾਰਬਨ ਮਿਲੀ, ਕਾਰਬਨ ਨਾਲ ਜੁੜ ਕੇ ਕਾਰਬਨ ਡਾਈਆਕਸਾਈਡ ਬਣਾ ਲਿਆ। ਹਾਈਡਰੋਜਨ ਮਿਲੀ, ਹਾਈਡਰੋਜਨ ਨਾਲ ਜੁੜ ਕੇ ਪਾਣੀ ਬਣਾ ਲਿਆ, ਤੇ ਉਹ ਹਰ ਚੀਜ਼ ਨਾਲ ਜੁੜ ਜਾਂਦੀ ਹੈ। ਤਾਂ ਆਹ ਜਿਹੜਾ ਤੁਹਾਡਾ ਆਇਰਨ ਵੀ ਸੀਗਾ ਧਰਤੀ ਦੇ ਅੰਦਰ, ਜਦੋਂ ਮਤਲਬ ਇਹ ਧਰਤੀ ਤੋਂ ਦੇਖੋ ਤੁਹਾਡਾ ਫਟ ਕੇ ਬਾਹਰ ਆਉਂਦਾ ਸਾਰਾ ਮੈਗਮਾ, ਉਹਦੇ ਅੰਦਰ ਹੀ ਆਇਰਨ ਲੋਹਾ ਉੱਥੋਂ ਹੀ ਨਿਕਲ ਕੇ ਆਉਂਦਾ ਹੁੰਦਾ। ਜੋ ਸਾਰਾ ਫਟ ਕੇ ਬਾਹਰ ਆਇਆ, ਮਤਲਬ ਹਰ ਵਾਰੀ ਨਹੀਂ ਉਹਦੇ ਅੰਦਰ ਲੋਹਾ ਹੋਊਗਾ, ਜਦ ਵੀ ਆਇਆ ਹਵਾ ਠੰਡੀ ਕਰਦੀ ਹੈ, ਹਵਾ ਦੇ ਅੰਦਰ ਆਕਸੀਜਨ ਹੈਗੀ ਹੈ, ਆਕਸੀਜਨ ਉਹਨਾਂ ਨਾਲ ਰਿਐਕਟ ਕਰਕੇ ਪੱਥਰ ਬਣਾ ਦਿੰਦੀ ਹੈ। ਉਦੋਂ ਜਦੋਂ ਪੱਥਰ ਬਣ ਰਿਹਾ ਹੁੰਦਾ, ਉਹਦੇ ਅੰਦਰ ਮਿੱਟੀ ਜਾਂ ਕੋਈ ਹੋਰ ਜਿੰਨੇ ਪਦਾਰਥ ਆਸ-ਪਾਸ ਹੈਗੇ ਉਹ ਵੀ ਜੰਮ ਸਕਦੇ ਆ ਨਾਲ। ਤਾਂ ਹਮੇਸ਼ਾ ਜਿਹੜੀ ਆਹ ਲੋਹੇ ਦੀ ਕੁਆਲਿਟੀ ਆ ਉਹ ਇਸੇ ਚੀਜ਼ ਤੇ ਡਿਪੈਂਡ ਕਰਦੀ ਹੈ ਕਿ ਇਹਦੇ ਅੰਦਰ ਲੋਹਾ ਕਿੰਨਾ ਮਿਲੂਗਾ, ਕਿੰਨਾ ਪਿਓਰ ਪੱਥਰ ਹੈ। ਜਿੰਨਾ ਜ਼ਿਆਦਾ ਲੋਹਾ ਮਿਲੂਗਾ, ਆਪਾਂ ਨੂੰ ਖਰਚਾ ਉਨਾ ਘੱਟ ਕਰਨਾ ਪੈਣਾ ਇਸ ਪੂਰੇ ਪੱਥਰ ਨੂੰ ਸਾਫ਼ ਕਰਨ ਲਈ। ਜਿੰਨੀ ਅੰਦਰ ਹੋਰ ਚੀਜ਼ਾਂ ਫਸੀਆਂ ਪਈਆਂ ਇਹਦੇ ਅੰਦਰ, ਮੈਨੂੰ ਸਫਾਈ ਲਈ ਵੀ ਤਾਂ ਉਨਾ ਪੈਸਾ ਖਰਚਣਾ ਪੈਣਾ, ਤਾਂ ਲੋਹਾ ਆਪਣੇ ਆਪ ਹੀ ਮਹਿੰਗਾ ਹੋ ਜਾਊਗਾ। ਸਭ ਤੋਂ ਵਧੀਆ ਕੁਆਲਿਟੀ ਉਹਨੂੰ ਆਪਾਂ ਕਹਿੰਦੇ ਆ ਹੈਮੇਟਾਈਟ। ਉਦੋਂ ਥੋੜੀ ਜੀ 2 ਨੰਬਰ ਦੀ ਜਿਹੜੀ ਕੁਆਲਿਟੀ ਹੈ ਉਹਨੂੰ ਆਪਾਂ ਕਹਿੰਦੇ ਆ ਮੈਗਨੇਟਾਈਟ। ਤੀਜੇ ਨੰਬਰ ਤੇ ਆਉਂਦੀ ਹੈ ਲੈਮੋਨਾਈਟ, ਤੇ ਚੌਥੇ ਨੰਬਰ ਤੇ
ਤੇ ਸਿਡਰਾਈਟ। ਸਿਡਰਾਈਟ 40% ਜ਼ਿਆਦਾ ਤੋਂ ਜ਼ਿਆਦਾ ਮੈਕਸਿਮਮ ਇਹਦਾ ਸਿਰਫ 40% ਹਿੱਸਾ ਹੀ ਤੁਹਾਡਾ ਧਾਤੂ ਹੁੰਦਾ, ਬਾਕੀ ਹੋਰ ਚੀਜ਼ਾਂ ਹੀ ਹੁੰਦੀਆਂ ਇਹਦੇ ਅੰਦਰ। ਇਸ ਕਾਰਨ ਇਹਦੀ ਕੋਈ ਵੀ ਆਰਥਿਕ ਮੁੱਲ ਨਹੀਂ ਹੈ, ਇਹ ਸਾਰਾ ਵੇਸਟ ਹੀ ਜਾਂਦਾ, ਇਹਨੂੰ ਆਪਾਂ ਸਾਈਡ ਤੇ ਛੱਡ ਦਿੰਦੇ ਹਾਂ। ਜਿਹੜਾ ਮੇਨ ਸਭ ਤੋਂ ਕੰਮ ਦਾ ਪੱਥਰ ਆਪਣੇ ਲੱਭਣ ਦੀ ਕੋਸ਼ਿਸ਼ ਹੁੰਦੀ ਹੈ, ਉਹ ਆ ਪਹਿਲੇ ਦੋ ਹੁੰਦੇ ਸਭ ਤੋਂ ਕੰਮ ਦੇ, ਤਾਂ ਕੰਮ ਚਲਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਤੀਜੇ ਨੰਬਰ ਤੱਕ ਕਰ ਲੈਂਦੇ, ਪਰ ਸਭ ਤੋਂ ਜ਼ਰੂਰੀ ਹੈ ਪਹਿਲੇ ਦੋ ਪੱਥਰ। ਹੈਮੇਟਾਈਟ ਦੀ ਗੱਲ ਕਰੀਏ, ਜਦੋਂ ਆਪਾਂ ਨੂੰ ਧਰਤੀ ਦੇ ਅੰਦਰ ਮਿਲਦਾ ਨਾ, ਲਾਲ ਕਲਰ ਦਾ ਇਹ ਪੱਥਰ ਹੁੰਦਾ ਹੈ। ਮੈਗਨੇਟਾਈਟ ਦੀ ਗੱਲ ਕਰਾਂ, ਇਹ ਕਾਲੇ ਰੰਗ ਦਾ ਪੱਥਰ ਹੁੰਦਾ ਹੈ। ਲੈਮੋਨਾਈਟ ਦੀ ਗੱਲ ਕਰਾਂ, ਇਹ ਪੀਲੇ ਰੰਗ ਦਾ ਪੱਥਰ ਹੁੰਦਾ ਹੈ। ਠੀਕ ਹੈ। ਹੈਮੇਟਾਈਟ ਉਹ ਹੁੰਦਾ ਜਿਹਦੇ ਅੰਦਰ 70% ਜਾਂ 70% ਤੋਂ ਜ਼ਿਆਦਾ ਤੁਹਾਡਾ ਧਾਤੂ ਸਮੱਗਰੀ ਹੀ ਹੋਵੇ, ਤੁਹਾਡਾ ਆਇਰਨ ਹੀ ਹੋਵੇ, ਤੁਹਾਡਾ ਲੋਹੇ ਦੇ ਹੀ ਚੀਜ਼ਾਂ ਹੋਣ। ਜਦੋਂ ਉਹਦੇ ਅੰਦਰ 60 ਤੋਂ 70% ਚ ਰਹਿ ਜਾਂਦੀ ਹੈ, ਉਹਨੂੰ ਆਪਾਂ ਮੈਗਨੇਟਾਈਟ ਕਹਿੰਦੇ ਹਾਂ। ਜਦੋਂ 40 ਤੋਂ 60% ਕਰਨੀ ਹੈ, ਉਹਨੂੰ ਆਪਾਂ ਲਿਮੋਨਾਈਟ ਕਹਿ ਦਿੰਦੇ ਹਾਂ। ਠੀਕ ਹੈ। ਤੁਹਾਨੂੰ ਮੈਂ ਰੌਕ ਸਿਸਟਮ ਵੀ ਪੜਾਇਆ ਸੀ, ਉਹਦੇ ਅੰਦਰ ਤੁਹਾਨੂੰ ਤਾਰਵਾਰ ਤੇ ਕਟੱਪਾ ਰੇਂਜ ਦੱਸੀ ਸੀ। ਠੀਕ ਹੈ। ਉਹ ਜਿਹੜਾ ਤੁਹਾਨੂੰ ਪੂਰਾ ਟੇਬਲ ਮੈਂ ਤੁਹਾਨੂੰ ਯਾਦ ਕਰਨ ਨੂੰ ਕਿਹਾ ਸੀ, ਬਣਾਉਣ ਨੂੰ ਕਿਹਾ ਸੀ, ਸਲਾਈਡ ਵੀ ਉੱਥੇ ਰੋਕੀ ਸੀ, ਉੱਥੇ ਇਹ ਦੋਨੋਂ ਪੱਥਰ ਪਾਏ ਜਾਂਦੇ। ਇਹ ਇੰਡੀਆ ਦੀ ਅੱਡ-ਅੱਡ ਬੈਲਟ ਵਿੱਚ ਪਾਏ ਜਾਂਦੇ ਆ, ਜਿਵੇਂ ਰਾਏਗੰਜ ਕੋਲਫੀਲਡ ਹੋ ਗਿਆ, ਤੁਹਾਡਾ ਗੜਵਾਲ ਦਾ ਏਰੀਆ ਹੋ ਗਿਆ, ਉੱਤਰਾਖੰਡ ਦਾ। ਠੀਕ ਹੈ। ਮਿਰਜ਼ਾਪੁਰ ਦਾ ਇਲਾਕਾ ਹੋ ਗਿਆ, ਇੱਥੇ ਸਾਰੀ ਜਗ੍ਹਾ ਤੇ ਇਹ ਪਾਇਆ ਜਾਂਦਾ। ਇਹਨਾਂ ਦੀ ਮਾਈਨਸ ਦੀ ਜਗ੍ਹਾ ਵੀ ਲਿਖਤੀ ਹੈ। ਇਹ ਉੜੀਸਾ, ਤੁਹਾਡਾ ਝਾਰਖੰਡ ਹੋ ਗਿਆ, ਛੱਤੀਸਗੜ੍ਹ ਹੋ ਗਿਆ ਤੇ ਆਂਧਰਾ ਪ੍ਰਦੇਸ਼ ਹੋ ਗਿਆ, ਇੱਥੇ 80% ਭਾਰਤ ਦਾ ਇੱਥੇ ਹੀ ਪਾਇਆ ਜਾਂਦਾ। ਇਹ ਜਿਹੜਾ ਹੈਗਾ ਕਰਨਾਟਕ, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ ਤੇ ਕੇਰਲ ਵਿੱਚ ਜ਼ਿਆਦਾਤਰ ਪਾਇਆ ਜਾਂਦਾ। ਠੀਕ ਹੈ। ਤਾਂ ਇਹਨਾਂ ਦੀਆਂ ਸਾਰੀਆਂ ਲੋਕੇਸ਼ਨ, ਕਿੰਨਾ, ਕਿਹਨੂੰ ਕੀ ਕਹਿੰਦੇ, ਇਹ ਸਾਰੇ ਕੁਐਸਚਨ ਬਣ ਸਕਦੇ ਕਿ ਹੈਮੇਟਾਈਟ ਦੇ ਅੰਦਰ ਕਿੰਨੇ % ਲੋਹਾ ਹੋਣਾ ਚਾਹੀਦਾ, ਜਾਂ ਉਹਦਾ ਰੰਗ ਕੀ ਹੁੰਦਾ, ਇਦਾਂ ਦੇ ਸਾਰੇ ਕੁਐਸਚਨ ਬਣ ਜਾਂਦੇ। ਮੈਂ ਤੁਹਾਨੂੰ ਬਹੁਤ ਡਿਟੇਲ 'ਚ ਚੀਜ਼ਾਂ ਲਿਖਤੀਆਂ, ਮੈਨੂੰ ਇੱਥੇ ਇਹ ਸਾਰੀਆਂ ਚੀਜ਼ਾਂ ਇਹਦੇ ਬਾਅਦ ਯਾਦ ਕਰਨੀਆਂ। ਹੁਣ ਇਹ ਤੋਂ ਅੱਗੇ ਗੱਲ ਕਰਦੇ ਹਾਂ ਕਿ ਮਿੱਟੀ ਕੀ ਹੁੰਦੀ ਹੈ ਤੇ ਮਿੱਟੀ ਬਣਦੀ ਕਿੱਦਾਂ ਹੈ। ਦੇਖੋ, ਮੈਂ ਤੁਹਾਨੂੰ ਇਹ ਰੌਕ ਸਿਸਟਮ ਦੇ ਟਾਈਮ ਵੀ ਦੱਸਿਆ ਸੀ, ਜਦੋਂ ਆਪਾਂ ਪੱਥਰਾਂ ਦਾ ਪੂਰਾ ਸਾਈਕਲ ਪੜ੍ਹਿਆ ਸੀ, ਕਿ ਜਿਹੜੀ ਮਿੱਟੀ ਹੁੰਦੀ ਹੈ, ਮਿੱਟੀ ਤੁਹਾਡੇ ਪੱਥਰਾਂ ਤੋਂ ਟੁੱਟ ਕੇ, ਜਿੰਨੀਆਂ ਵੀ ਤੁਹਾਡੀਆਂ ਚਟਾਨਾਂ ਜਿਵੇਂ ਜਿਵੇਂ ਖੁਰਦੀਆਂ ਜਾਣਗੀਆਂ, ਜਿਵੇਂ ਇਹਨਾਂ ਦਾ ਖੋਰ ਹੋਊਗਾ, ਠੀਕ ਹੈ, ਤੁਹਾਡੇ ਪਾਣੀ ਨਾਲ ਹੋਇਆ ਜਾਂ ਤੁਹਾਡੀ ਹਵਾ ਨਾਲ ਹੋਇਆ, ਗਲੇਸ਼ੀਅਰ ਨਾਲ ਹੋਇਆ, ਕਿਸੇ ਵੀ ਚੀਜ਼ ਨਾਲ ਇਹ ਟੁੱਟੀ ਹੈ, ਤਾਂ ਇਹ ਤੋਂ ਕਰਦੇ ਕਰਦੇ ਤੁਹਾਡੀ ਮਿੱਟੀ ਬਣੂਗੀ। ਮਿੱਟੀ ਜਿਹੜੀ ਹੁੰਦੀ ਹੈ, ਆਪਾਂ ਜਿਹੜੀ ਆਪਣੀ ਪੂਰੀ ਧਰਤੀ ਹੈ ਨਾ, ਧਰਤੀ ਦੀ ਜਿਹੜੀ ਸਭ ਤੋਂ ਉੱਤੇ ਵਾਲੀ ਪਰਤ ਹੈ, ਉਹਨੂੰ ਆਪਾਂ ਮਿੱਟੀ ਕਹਿ ਦਿੰਦੇ ਹਾਂ। ਇਸ ਲੇਅਰ ਦੇ ਅੰਦਰ, ਇਹ ਲੇਅਰ ਕਿਉਂ ਜ਼ਰੂਰੀ ਹੈ? ਦੇਖੋ, ਜਿਹੜਾ ਆਪਣਾ ਧਰਤੀ ਦਾ 90% ਜਿਹੜੀ ਫਰਟੀਲਿਟੀ ਹੈ, ਜਿਹੜੀ ਉਪਜਾਊ ਕਣ ਹੈਗੇ ਆ, ਉਹ 90% ਸਿਰਫ ਆਹ ਉੱਤੇ ਦੀ ਲੇਅਰ ਵਿੱਚ ਹੀ ਆ, ਟੌਪ ਦੀ ਕੁਝ ਸੈਂਟੀਮੀਟਰ ਦੀ ਲੇਅਰ ਵਿੱਚ ਹੀ ਸਾਰੀ ਦੀ ਸਾਰੀ ਫਰਟੀਲਿਟੀ ਹੈ। ਜੇ ਆਹ ਤਾਂ ਚਲੋ ਚਟਾਨਾਂ ਤਾਂ ਟੁੱਟੀਆਂ, ਜੇ ਆਹ ਮਿੱਟੀ ਦੇ ਅੰਦਰ ਜਿਹੜੀ ਮਿੱਟੀ ਹੈ, ਮਿੱਟੀ ਨੂੰ ਹਵਾ ਜਾਂ ਪਾਣੀ ਆਪਣੇ ਨਾਲ ਆਹ ਉੱਤੇ ਦੀ ਲੇਅਰ ਨੂੰ ਲੈ ਗਏ ਨਾ, ਥੱਲੇ ਤਾਂ ਤੁਹਾਡੀ ਸਾਰੀ ਪਥਰੀਲੀ ਮਿੱਟੀ ਹੈ, ਮਤਲਬ ਪਥਰੀਲੀ ਜ਼ਮੀਨ ਹੀ ਹੈ। ਤਾਂ ਆਪਾਂ ਨੂੰ ਉੱਤੇ ਵਾਲੀ 10% ਜ਼ਮੀਨ ਬਚਾ ਕੇ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਇਹ 10% ਦੇ ਅੰਦਰ 90% ਤੁਹਾਡੀ ਫਰਟੀਲਿਟੀ ਹੈ, 10% ਹੀ ਬਣਦਾ ਤੇ ਕੁਝ ਸੈਂਟੀਮੀਟਰ ਜਿਹੜਾ ਹੋਇਆ। ਠੀਕ ਹੈ। ਹੁਣ ਜਿਹੜੀਆਂ ਇੱਥੇ ਚਟਾਨਾਂ, ਇਹਦੀ ਗੱਲ ਕਰੀਏ ਕਿ ਚਟਾਨਾਂ ਟੁੱਟਦੀਆਂ ਕਿੱਦਾਂ, ਕਿਉਂਕਿ ਮਿੱਟੀ ਇਹ ਤੋਂ ਹੀ ਬਣੂਗੀ। ਦੇਖੋ, ਦੋ ਤਰੀਕੇ ਨਾਲ ਬਣ ਸਕਦੀਆਂ, ਭੌਤਿਕ ਤੌਰ ਤੇ ਦੂਸਰਾ ਰਸਾਇਣਿਕ ਤੌਰ ਤੇ। ਭੌਤਿਕ ਯਾਨੀ ਕਿ ਫਿਜ਼ੀਕਲ ਮੈਥਡ ਵੀ ਹੈਗੇ ਆ, ਰਸਾਇਣਿਕ ਯਾਨੀ ਕਿ ਕੈਮੀਕਲ ਮੈਥਡ ਵੀ ਆ। ਹੁਣ ਭੌਤਿਕ ਫਿਜ਼ੀਕਲ ਮੈਥਡ ਦੱਸਾਂ। ਦੇਖੋ, ਰੇਗਿਸਤਾਨ ਦੀ ਗੱਲ ਕਰਦਾ ਸਭ ਤੋਂ ਪਹਿਲਾਂ। ਤੁਸੀਂ ਰੇਗਿਸਤਾਨ ਦੀ ਜ਼ਮੀਨ ਮੰਨ ਲਓ, ਇੱਥੇ ਵੀ ਇੱਕ ਬਹੁਤ ਵੱਡਾ ਇਹਦਾ ਪੱਥਰ ਪਿਆ ਹੋਇਆ। ਹੁਣ ਮੈਂ ਤੁਹਾਨੂੰ ਦੱਸਿਆ ਸੀ, ਜਦ ਵੀ ਤੁਹਾਡੀ ਰੇਤੀਲੇ ਮੈਦਾਨਾਂ ਵਿੱਚ ਜਦ ਵੀ ਮਿੱਟੀ ਚੱਲਦੀ ਹੈ, ਮੈਂ ਤੁਹਾਨੂੰ ਕਿਹਾ ਸੀ, ਖੁਦ ਵੀ ਤੁਸੀਂ ਤਜਰਬਾ ਕੀਤਾ ਹੋਊਗਾ, ਜਦੋਂ ਕਦੇ ਵੀ ਹਵਾ ਚੱਲ ਰਹੀ ਹੈ ਤੇ ਉਹਦੇ ਨਾਲ ਮਿੱਟੀ ਵੀ ਉੱਡ ਰਹੀ ਹੈ, ਮਿੱਟੀ ਚੁਭਦੀ ਹੈ, ਕਿਉਂਕਿ ਮਿੱਟੀ ਕੀ ਹੈ, ਮਿੱਟੀ ਰਗੜ ਮਾਰਦੀ ਹੈ। ਤਾਂ ਹੁਣ ਜਦੋਂ ਇਹ ਰੇਗਿਸਤਾਨ ਵਿੱਚ ਪਏ ਹੋਏ ਆ, ਇੱਥੇ ਤਾਂ ਮਿੱਟੀ ਲਗਾਤਾਰ ਹੀ ਉੱਡ ਰਹੀ ਹੈ। ਠੀਕ ਹੈ। ਤੇ ਇੱਥੇ ਤਾਂ ਮਿੱਟੀ ਉੱਡਦੀ ਹੈ। ਹੁਣ ਜਦ ਮਿੱਟੀ ਉੱਡੂਗੀ, ਦੇਖੋ, ਮਿੱਟੀ ਭਾਰੀ ਹੁੰਦੀ ਹੈ, ਮਿੱਟੀ ਵੱਜੂਗੀ ਤੇ ਸਾਰੇ ਪੱਥਰ ਉੱਤੇ, ਪਰ ਸਭ ਤੋਂ ਜ਼ਿਆਦਾ ਇਹ ਥੱਲੇ ਵਾਲੇ ਹਿੱਸੇ ਤੇ ਵੱਜਦੀ ਹੈ, ਕਿਉਂਕਿ ਮਿੱਟੀ ਭਾਰੀ ਹੁੰਦੀ ਹੈ, ਹਵਾ ਦੇ ਜ਼ਿਆਦਾਤਰ ਇਹ ਥੱਲੇ ਵਾਲੇ ਹਿੱਸੇ 'ਚ ਰਹਿੰਦੀ ਹੈ। ਤਾਂ ਹੀ ਕਦੇ ਖੁਦ ਵੀ ਤੁਸੀਂ ਦੇਖੋਗੇ ਨਾ, ਜੇ ਤੁਹਾਡੇ ਮੂੰਹ ਵੱਲ ਆ ਕੇ ਮਿੱਟੀ ਵੱਜ ਰਹੀ ਹੈ, ਤੁਹਾਡੀ ਲੱਤਾਂ ਤੇ ਸਭ ਤੋਂ ਜ਼ਿਆਦਾ ਮਿੱਟੀ ਵੱਜ ਰਹੀ ਹੋਊਗੀ, ਮੂੰਹ ਤੋਂ ਵੀ ਜ਼ਿਆਦਾ। ਉਹ ਇਸ ਲਈ ਵੱਜਦੀ ਹੈ ਕਿਉਂਕਿ ਮਿੱਟੀ ਜ਼ਿਆਦਾਤਰ ਭਾਰੀ ਹੁੰਦੀ ਹੈ, ਇਸ ਕਾਰਨ ਉਹ ਥੱਲੇ ਥੱਲੇ ਉੱਡਦੀ ਹੈ। ਪਰ ਇਹ ਥੱਲੇ ਉੱਡਣ ਨਾਲ ਕੀ ਹੁੰਦਾ ਕਿ ਰਗੜ ਵੀ ਸਭ ਤੋਂ ਜ਼ਿਆਦਾ ਇੱਥੇ ਹੀ ਪਊਗੀ।
ਇਹਦੇ ਕਾਰਨ ਕੀ ਹੁੰਦਾ, ਲੌਂਗ ਟਰਮ ਵਿੱਚ ਤੁਹਾਡਾ ਪੱਥਰ ਨਾ ਕੁਝ ਇਸ ਤਰੀਕੇ ਦਾ ਰੂਪ ਲੈਣ ਲੱਗ ਜਾਂਦਾ ਕਿ ਉੱਤੋਂ ਦੀ ਤਾਂ ਘੱਟ ਟੁੱਟਿਆ ਹੁੰਦਾ ਹੈ, ਥੱਲੋਂ ਦੀ ਪੱਥਰ ਜ਼ਿਆਦਾ ਟੁੱਟ ਚੁੱਕਿਆ ਹੁੰਦਾ ਹੈ। ਤਾਂ ਕਰਦੇ ਕਰਾਂਦੇ ਤੁਹਾਡਾ ਪੱਥਰ ਕੁਝ ਇਸ ਤਰੀਕੇ ਦਾ ਬਣ ਜੂਗਾ। ਠੀਕ ਹੈ, ਕਿ ਥੱਲੋਂ ਦੀ ਜ਼ਿਆਦਾ ਚੌੜਾ ਹੋਇਆ ਸੌਰੀ, ਥੱਲੋਂ ਜ਼ਿਆਦਾ ਪਤਲਾ, ਉੱਤੋਂ ਜ਼ਿਆਦਾ ਚੌੜਾ। ਇੱਦਾਂ ਦੇ ਪੱਥਰਾਂ ਨੂੰ ਮਤਲਬ ਹੌਲੀ-ਹੌਲੀ ਇੱਦਾਂ ਦੀ ਸ਼ੇਪ ਲੈਣ ਲੱਗ ਜਾਂਦੇ ਆ ਕਿ ਥੱਲੇ ਬਹੁਤ ਹੀ ਪਤਲਾ ਜਿਹਾ ਹਿੱਸਾ, ਉੱਤੇ ਜ਼ਿਆਦਾ ਵੱਡਾ ਹੈ। ਤਾਂ ਹੌਲੀ-ਹੌਲੀ ਇਹਨਾਂ ਦਾ ਭਾਰ ਪਊਗਾ, ਇੱਕ ਪਾਸੇ ਨੂੰ ਗਿਰ ਜਾਣਗੇ। ਫਿਰ ਇਹ ਮਤਲਬ ਇੰਨਾ ਹਿੱਸਾ ਟੁੱਟ ਗਿਆ, ਫਿਰ ਹੋਰ ਟੁੱਟਿਆ, ਕਰਦੇ ਕਰਾਂਦੇ ਪੱਥਰ ਹੌਲੀ-ਹੌਲੀ ਸਾਲਾਂ, ਸਦੀਆਂ ਵਿੱਚ ਇਹ ਖਤਮ ਹੋ ਜਾਂਦੇ ਆ ਪੱਥਰ। ਠੀਕ ਹੈ, ਸਾਰੇ ਦੇ ਸਾਰੇ ਮਿੱਟੀ ਬਣਦੇ ਗਏ। ਹੁਣ ਜਿਹੜਾ ਆਹ ਹਿੱਸਾ ਟੁੱਟਿਆ, ਆ ਜਿਹੜੀ ਸ਼ੇਪ ਬਣ ਗਈ, ਇਸੇ ਕਾਰਨ ਇਹਨਾਂ ਨੂੰ ਮਸ਼ਰੂਮ ਰੌਕ ਕਹਿ ਦਿੰਦੇ ਆ। ਮਸ਼ਰੂਮ ਵਰਗੇ ਦਿਖਦੇ ਆ ਨਾ, ਥੱਲੋਂ ਪਤਲੇ ਤੇ ਉੱਤੋਂ ਮੋਟੇ। ਇਹਨਾਂ ਨੂੰ ਮਸ਼ਰੂਮ ਰੌਕ ਕਹਿ ਦਿੰਦੇ ਆ, ਜਿਹੜੇ ਆ ਰੇਗਿਸਤਾਨ ਵਿੱਚ ਪਾਏ ਜਾਂਦੇ ਆ। ਇੱਦਾਂ ਹੀ ਤੁਹਾਡੇ ਜਿਹੜੇ ਪੱਥਰ ਹੈਗੇ ਆ, ਇਹਨਾਂ ਉੱਤੇ ਇੱਕ ਹੋਰ ਚੀਜ਼ ਬਹੁਤ ਵੱਡਾ ਰਗੜ ਦਾ ਰੋਲ ਪਲੇ ਕਰਦੀ ਹੈ। ਦੇਖੋ, ਜਦੋਂ ਤੁਸੀਂ ਪਹਾੜਾਂ ਤੇ ਦੇਖੋਗੇ, ਪਹਾੜਾਂ ਤੇ ਨਾ ਅਕਸਰ ਹੀ ਗਲੇਸ਼ੀਅਰ ਹੁੰਦੇ ਆ, ਠੀਕ ਹੈ? ਗਲੇਸ਼ੀਅਰ ਪਾਣੀ ਜੇ ਜੰਮਿਆ ਪਿਆ ਹੁੰਦਾ, ਉਹਦੇ ਉੱਤੇ ਬਰਫ਼ ਵੀ ਹੁੰਦੀ ਥੋੜੀ ਜਿਹੀ, ਠੀਕ ਹੈ? ਹੇਮਕੁੰਟ ਸਾਹਿਬ ਜਾਂਦੇ ਹੋ ਜਾਂ ਹੋਰ ਜਗ੍ਹਾ ਜਾਂਦੇ ਹੋ, ਤੁਸੀਂ ਅਕਸਰ ਦੇਖੇ ਹੋਣਗੇ। ਇਹ ਜਿਹੜੇ ਗਲੇਸ਼ੀਅਰ ਹੁੰਦੇ ਨਾ, ਇਹ ਰੁਕੇ ਨਹੀਂ ਹੁੰਦੇ, ਇਹ ਨਾ ਬਹੁਤ ਸਲੋ ਚੱਲ ਰਹੇ ਹੁੰਦੇ ਆ ਥੱਲੇ ਨੂੰ। ਪਰ ਕਿਉਂਕਿ ਇੰਨਾ ਹੌਲੀ ਚੱਲ ਰਹੇ ਹੁੰਦੇ, ਇਹ ਨਾ ਥੱਲੇ ਜਿੰਨਾ ਪੱਥਰ ਹੈ, ਇਹ ਸਾਰੇ ਪੱਥਰ ਉੱਤੇ ਆਪਣਾ ਸਾਰਾ ਭਾਰ ਪਾ ਰਹੇ ਹੁੰਦੇ ਆ ਤੇ ਥੱਲੇ ਰਗੜ ਮਾਰਦੇ ਜਾ ਰਹੇ ਆ। ਜਿਹਦੇ ਕਾਰਨ ਕੀ ਹੈ, ਇੱਥੇ ਕੋਈ ਵੀ ਚੀਜ਼, ਇੱਥੇ ਜਿਵੇਂ ਆਹ ਪੱਥਰ ਇੱਥੋਂ ਥੋੜਾ ਜਿਹਾ ਬਾਹਰ ਸੀ, ਇਸ ਪੱਥਰ ਨਾਲ ਲਗਾਤਾਰ ਇਹ ਟਕਰਾਉਂਦਾ ਰਹੂਗਾ ਤੇ ਪੱਥਰ ਨੂੰ ਬਿਲਕੁਲ ਪੱਧਰ ਕਰ ਦੂਗਾ। ਤਾਂ ਇਹਦੀ ਜਿੰਨੀ ਵੀ ਮਿੱਟੀ ਸੀਗੀ, ਇਹ ਆਪਣੇ ਅੰਦਰ ਫਸਾ ਕੇ ਲੈ ਜਾਂਦਾ। ਕੋਈ ਇੱਥੇ ਹੋਰ ਵੀ ਪਲਾਂਟ ਜਿਹਾ ਵੀ ਸੀ, ਉਹਨੂੰ ਵੀ ਆਪਣੇ ਨਾਲ ਲੈ ਜਾਊਗਾ। ਤਾਂ ਇਸ ਤਰੀਕੇ ਨਾਲ ਸਾਰੇ ਪੱਥਰਾਂ ਤੇ ਇਹ ਰਗੜ ਮਾਰਦੇ ਥੱਲੇ ਜਾਂਦੇ ਆ। ਤੇ ਇਸ ਤਰੀਕੇ ਨਾਲ ਇਹ ਆਪਣੇ ਫਿਜ਼ੀਕਲ ਜ਼ੋਰ ਨਾਲ ਰਗੜ ਕੇ ਪੱਥਰਾਂ ਨੂੰ ਤੋੜਦੇ ਜਾਂਦੇ ਆ ਤੇ ਉਸੇ ਤਰੀਕੇ ਦੇ ਉਹਨਾਂ ਦੀ ਮਿੱਟੀ ਬਣਾਉਂਦੇ ਜਾਂਦੇ ਆ। ਤੇ ਅੱਗੇ ਜਾ ਕੇ ਗਲੇਸ਼ੀਅਰ ਜਿਹੜੀ ਵੀ ਨਦੀ ਵਿੱਚ ਗਿਰਨਗੇ, ਉੱਥੇ ਜਾ ਕੇ ਉਸ ਨਦੀ ਦੇ ਅੰਦਰ ਇਹ ਸਾਰਾ ਦਾ ਸਾਰਾ ਸਮਾਨ ਪਾ ਦੇਣਗੇ। ਠੀਕ ਹੈ, ਇਸ ਤਰੀਕੇ ਨਾਲ। ਹੁਣ ਰਸਾਇਣਿਕ ਤੌਰ ਦੀ ਗੱਲ ਕਰੀਏ, ਕੈਮੀਕਲ ਤਰੀਕੇ ਕਿੱਦਾਂ ਬਣਦੇ ਆ? ਦੇਖੋ, ਕੈਮੀਕਲ ਤਰੀਕੇ ਦਾ ਸਭ ਤੋਂ ਵੱਡਾ ਐਗਜ਼ਾਮਪਲ ਹੈ ਕਿ ਕੋਈ ਇੱਕ ਪੱਥਰ ਸੀਗਾ, ਪੱਥਰ ਦੇ ਅੰਦਰ ਹੁਣ ਤੁਹਾਡਾ ਕੋਈ ਇੱਕ ਕੀੜਾ ਰਹਿਣ ਲੱਗ ਗਿਆ। ਹੁਣ ਕੀੜਾ ਜਦ ਵੀ ਅੰਦਰ ਰਹੂਗਾ, ਕੀੜਾ ਕੁਝ ਵੀ ਖਾਊਗਾ ਪੀਊਗਾ, ਉਸ ਤੋਂ ਬਾਅਦ ਉਹ ਆਪਣਾ ਸਾਰਾ ਦਾ ਸਾਰਾ ਵੇਸਟ ਵੀ ਤਾਂ ਛੱਡਦਾ ਜਾਊਗਾ। ਹੁਣ ਜਿੰਨਾ ਵੇਸਟ ਛੱਡਦਾ ਜਾਂਦਾ, ਉਹ ਹੋਰ ਕੁਝ ਨਹੀਂ ਹੁੰਦਾ, ਉਹ ਤੇਜ਼ਾਬ ਹੀ ਹੁੰਦਾ, ਐਸਿਡ ਹੀ ਹੁੰਦਾ, ਜਿਹਦੇ ਕਾਰਨ ਇਹ ਪੱਥਰ ਨੂੰ ਅੰਦਰੋਂ ਕਮਜ਼ੋਰ ਕਰਦਾ ਜਾਊਗਾ। ਯਾਨੀ ਕਿ ਉਹ ਜਿੰਨਾ ਟਰੈਵਲ ਅੰਦਰ ਪੱਥਰ ਤੇ ਕਰਦਾ ਜਾਊਗਾ, ਉਹ ਉਨਾ ਤੇਜ਼ਾਬ ਅੰਦਰ ਇੱਕ ਤਰੀਕੇ ਨਾਲ ਛੱਡਦਾ ਜਾ ਰਿਹਾ, ਜਿਹਦੇ ਕਾਰਨ ਪੱਥਰ ਤੋਂ ਜਿੱਥੇ ਵੀ ਨਿਕਲੂਗਾ ਜਾਂ ਜੋ ਵੀ ਕਰਦਾ ਰਹੂਗਾ, ਵਾਪਸ ਆਇਆ ਫਿਰ ਉਹਨੇ ਹੀ ਕੀਤਾ ਸੇਮ, ਉਹਨੇ ਪੂਰੀ ਗਲੀ ਬਣਾ ਲਈ, ਪਰ ਹਰ ਵਾਰੀ ਉਹ ਇਸ ਪੂਰੀ ਗਲੀ ਨੂੰ ਕਮਜ਼ੋਰ ਕਰਦਾ ਜਾ ਰਿਹਾ। ਇੱਕ ਪੁਆਇੰਟ ਆਊਗਾ ਕਿ ਆਹ ਜਿਹੜਾ ਇੱਥੇ ਜਿਹੜਾ ਪੱਥਰ ਸੀਗਾ ਉੱਤੇ, ਆ ਪੱਥਰ ਹੀ ਟੁੱਟ ਕੇ ਗਿਰ ਜਾਊਗਾ। ਠੀਕ ਹੈ, ਆਟ ਟੁੱਟ ਕੇ ਇੱਥੇ ਗਿਰ ਗਿਆ। ਹੌਲੀ ਹੌਲੀ ਇਹ ਤੇ ਵੀ ਰਗੜ ਵੱਜੂਗੀ ਜਾਂ ਕਿਸ ਤਰੀਕੇ ਨਾਲ ਇਹਨੂੰ ਵੀ ਕੋਈ ਜਾਨਵਰ ਖਾ ਜਾਊਗਾ। ਇਸ ਤਰੀਕੇ ਨਾਲ ਇਹ ਮਤਲਬ ਜਾਨਵਰ ਪੱਥਰ ਨੂੰ ਨਹੀਂ ਖਾਂਦੇ, ਪਰ ਉਹਦੇ ਅੰਦਰ ਜੇ ਰਹਿ ਰਹੇ ਹੋਣਗੇ ਤਾਂ ਇਦਾਂ, ਕਿਉਂਕਿ ਉਹਨਾਂ ਦੇ ਸਰੀਰ 'ਚ ਰਸਾਇਣ ਨਿਕਲਦੇ, ਜਿੰਨਾ ਵੀ ਆਪਣੇ ਸਰੀਰ 'ਚੋਂ ਵੀ ਵੇਸਟ ਨਿਕਲਿਆ, ਸਾਰਾ ਰਸਾਇਣ ਹੀ ਹੈ। ਤਾਂ ਇਸ ਤਰੀਕੇ ਨਾਲ ਉਹ ਪੱਥਰਾਂ ਨੂੰ ਤੋੜ ਦਿੰਦੇ ਆ। ਠੀਕ ਹੈ, ਤੇ ਇਹ ਚੀਜ਼ ਇਸ ਤਰੀਕੇ ਨਾਲ। ਹੁਣ ਮਿੱਟੀ ਨੂੰ ਸੰਭਾਲਣ ਦੇ ਕੁਝ ਤਰੀਕੇ ਆ, ਆਪਾਂ ਕਿਸ ਤਰੀਕੇ ਨੂੰ ਮਿੱਟੀ ਨੂੰ ਬਚਾ ਸਕਦੇ ਹਾਂ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਟੌਪ ਲੇਅਰ ਹੈ ਉਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ। 90% ਫਰਟੀਲਿਟੀ ਉਹੀ 10% ਲੇਅਰ ਦੇ ਉੱਤੇ ਕੁਝ ਹੀ ਸੈਂਟੀਮੀਟਰ ਦੇ ਅੰਦਰ ਸਭ ਕੁਝ ਹੈ। ਤਾਂ ਇਹਦੇ ਅੱਡ-ਅੱਡ ਮੈਥਡ ਹੈ। ਸਭ ਤੋਂ ਪਹਿਲਾਂ ਮਲਚਿੰਗ ਦਾ ਮੈਥਡ। ਮਲਚਿੰਗ ਵਿੱਚ ਕੀ ਹੁੰਦਾ ਕਿ ਦੇਖੋ, ਆਪਾਂ ਇਹ ਬੋਲਿਆ ਜਾਂਦਾ ਕਿ ਜਿਹੜੀ ਜ਼ਮੀਨ ਹੈ ਨਾ, ਜ਼ਮੀਨ ਨੂੰ ਖਾਲੀ ਨਾ ਛੱਡੋ। ਜ਼ਮੀਨ ਉੱਤੇ ਜਿੰਨਾ ਵੀ ਆਪਣਾ ਕੋਈ ਵੀ ਜਿੰਨਾ ਵੀ ਪਿੱਛੇ ਸੁੱਕਾ ਹੋਇਆ ਕੁਝ ਵੀ ਰਹਿ ਗਿਆ, ਜਿਵੇਂ ਆਪਾਂ ਜਦੋਂ ਤੁਹਾਡੇ ਕੋਈ ਵੀ ਕ੍ਰੌਪ ਲਗਾ ਲਓ, ਜਿਵੇਂ ਰਾਈਸ ਦਾ ਖਾਸ ਕਰ ਬੋਲਿਆ ਜਾਂਦਾ ਕਿ ਰਾਈਸ ਜਦੋਂ ਆਪਾਂ ਕਪਾਹ ਦੀ ਸੌਰੀ ਕਪਾਹ ਕਹਿੰਦਾ ਜਦੋਂ ਕਪਾਹ ਦੀ ਆਪਾਂ ਸਾਰਾ ਦਾ ਸਾਰਾ ਆਪਾਂ ਹਾਰਵੈਸਟ ਕਰ ਲਿਆ, ਉਹਨੂੰ ਵੱਢ ਲਿਆ, ਉਹਦੇ ਜਿੰਨਾ ਪਿੱਛੇ ਰਹਿ ਗਿਆ, ਠੀਕ ਹੈ, ਜਾਂ ਹੋਰ ਵੀ ਕੋਈ ਕ੍ਰੌਪ ਹੋ ਗਈ ਆਪਣੇ ਕਿਸੇ ਚੀਜ਼ ਦੀਆਂ, ਕੋਈ ਵੀ ਰਿਮੇਨ ਜਿੰਨਾ ਵੀ ਪਿੱਛੇ ਰਹਿ ਗਿਆ, ਉਹ ਇਹ ਬੋਲਿਆ ਜਾਂਦਾ ਕਿ ਜਿੰਨੀ ਵੀ ਤੂੜੀ ਵੀ ਹੈ, ਚਾਹੇ ਤੂੜੀ ਨੂੰ ਵੀ ਸਾਰੀ ਜ਼ਮੀਨ ਉੱਤੇ ਨਾ ਕਵਰ ਕਰਕੇ ਸਾਰੀ ਜਗ੍ਹਾ ਫੈਲਾ ਦਿਓ। ਦੇਖੋ ਹੁਣ ਹੁੰਦਾ ਕੀ ਹੈ, ਚਾਹੇ ਤੂੜੀ ਮੰਨ ਲਓ, ਚਲੋ ਠੀਕ ਹੈ, ਹਜੇ ਕੋਈ ਐਗਜ਼ਾਮਪਲ ਨਹੀਂ ਯਾਦ ਆ ਰਿਹਾ ਹੋਰ ਕਿਸ ਤਰੀਕੇ ਨਾਲ, ਤੂੜੀ ਨੂੰ ਸਾਰੀ ਜ਼ਮੀਨ ਉੱਤੇ ਆਪਾਂ ਵਿਛਾਤਾ। ਹੁਣ ਆਪਣੇ ਆਪ ਦਿਖਣ ਨੂੰ ਲੱਗ ਸਕਦਾ ਕਿ ਇਹ ਆਪਾਂ ਕੀ
ਤਾਂ ਇਹਦਾ ਸਾਰੀ ਜ਼ਮੀਨ ਗੰਦੀ ਕਰਕੇ ਰੱਖਤੀ। ਪਰ ਇਹਦੇ ਨਾਲ ਹੋਊਗਾ ਕੀ, ਦੇਖੋ ਕਦੀ ਵੀ ਹਵਾ ਚੱਲੂਗੀ ਜਾਂ ਪਾਣੀ ਇੱਥੇ ਜੇ ਬਾਰਿਸ਼ ਆ ਗਈ, ਕੁਛ ਵੀ ਆ ਗਈ, ਇਹ ਟੌਪ ਲੇਅਰ ਨੂੰ ਬਚਾ ਦੂਗਾ। ਜਿਹੜੀ ਸਭ ਤੋਂ ਉੱਤੇ ਲੇਅਰ ਸੀ ਜਿਹਨੂੰ ਆਪਾਂ ਬਚਾਉਣਾ ਸੀ, ਉਹਨੂੰ ਬਚਾ ਦੂਗਾ, ਕਿਉਂਕਿ ਹਵਾ ਉਸ ਮਿੱਟੀ ਨੂੰ ਲਿਜਾ ਨਹੀਂ ਪਾਊਗੀ, ਕਿਉਂਕਿ ਉਹ ਕਵਰਡ ਪਈ ਆ, ਢਕੀ ਪਈ ਹੈ। ਠੀਕ ਹੈ, ਇੱਦਾਂ ਹੀ ਤੁਸੀਂ ਦੂਜਾ ਇਹਦਾ ਫਾਇਦਾ ਇਹ ਹੁੰਦਾ ਹੈ ਕਿ ਦੇਖੋ ਜਦ ਵੀ ਤੁਹਾਡੀ ਗਰਮੀ ਪੈਂਦੀ ਹੈ, ਗਰਮੀ ਪੈਣ ਕਾਰਨ ਤੁਹਾਡੀ ਜ਼ਮੀਨ ਦੇ ਅੰਦਰੋਂ ਦੀ ਹੀ ਤਾਂ ਸਾਰਾ ਮੋਇਸਚਰ ਉੱਡ ਰਿਹਾ ਹੁੰਦਾ ਹੈ, ਸਾਰਾ ਪਾਣੀ ਜ਼ਮੀਨ ਦੇ ਅੰਦਰੋਂ ਉੱਡਦਾ ਰਹਿੰਦਾ ਹੈ, ਤਾਂ ਹੀ ਫਿਰ ਜ਼ਮੀਨ ਦੇ ਅੰਦਰ ਦਰਾਰਾਂ ਵੀ ਆ ਜਾਂਦੀ ਹੈ। ਹੁਣ ਜੇ ਆਪਾਂ ਚਾਹੁੰਦੇ ਹਾਂ ਕਿ ਜ਼ਮੀਨ ਦੇ ਅੰਦਰੋਂ ਮੋਇਸਚਰ ਨਾ ਨਿਕਲੇ, ਤਾਂ ਜਿੰਨਾ ਵੀ ਖਾਲੀ ਪਿਆ ਏਰੀਆ, ਦੇਖੋ ਇਹ ਨਹੀਂ ਹੈ ਕਿ ਜ਼ਰੂਰੀ ਨਹੀਂ ਹੈ ਕਿ ਜਦ ਸਿਰਫ ਖਾਲੀ ਪਈ ਹੈ ਜ਼ਮੀਨ ਉਦੋਂ ਹੀ, ਜੇ ਮੈਂ ਹੁਣ ਇਹਦੇ ਉੱਤੇ ਕੋਈ ਫਸਲਾਂ ਲਾ ਵੀ ਦਿੱਤੀਆਂ, ਤਾਂ ਆਪਾਂ ਜਦ ਵੀ ਫਸਲਾਂ ਲਾਉਂਦੇ ਹਾਂ, ਦੇਖੋ ਫਸਲਾਂ ਦੇ ਜੇ ਵਿੱਚ ਗੈਪ ਹੈ, ਜਿੰਨਾ ਜਿੰਨਾ ਗੈਪ ਹੈ ਉਹਦੇ ਵਿੱਚ ਤੂੜੀ ਪਾ ਦਿਓ, ਜਾਂ ਕੋਈ ਵੀ ਹੋਰ ਜਿਹੜਾ ਵੀ ਰਿਮੇਨ ਹੈ, ਬਸ ਘਾਹ ਨਾ ਪਾ ਦਿਓ, ਘਾਹ ਤਾਂ ਇਹ ਸਾਰੀ ਚੀਜ਼ਾਂ ਆਪਾਂ ਕਵਰ ਕਰਤੀਆਂ। ਇਹ ਨਾਲ ਕੀ ਹੋਊਗਾ, ਇੱਕ ਤਾਂ ਜਿੰਨਾ ਵੀ ਉਹ ਆਪਾਂ ਜਿਵੇਂ ਤੂੜੀ ਪਾਈਏ, ਤੂੜੀ ਹੈਗਾ ਤਾਂ ਆਰਗੈਨਿਕ ਹੀ ਹੈ ਨਾ, ਹੌਲੀ ਹੌਲੀ ਟੁੱਟ ਟੁੱਟ ਕੇ ਮਿੱਟੀ ਦਾ ਹੀ ਹਿੱਸਾ ਬਣਦਾ ਰਹੂਗਾ, ਤਾਂ ਮਿੱਟੀ ਨੂੰ ਵੀ ਫਰਟਾਈਲ ਕਰਦਾ ਰਹੂਗਾ। ਦੂਜਾ, ਉਹਨੇ ਕਵਰ ਦੇਤਾ ਥੋੜੀ ਸਾਰੀ ਜ਼ਮੀਨ ਨੂੰ ਕਿ ਕਦੀ ਵੀ ਤੁਹਾਡੀ ਹਵਾ ਜਾਂ ਪਾਣੀ ਆਇਆ, ਉਹਦੇ ਨਾਲ ਇਹ ਟੌਪ ਲੇਅਰ ਕਿਤੇ ਨਹੀਂ ਜਾਣ ਵਾਲੀ। ਤੇ ਦੂਜੇ ਪਾਸੇ ਆਹ ਜਿਹੜਾ ਤੁਹਾਡਾ ਪਾਣੀ 'ਚ ਮਿੱਟੀ 'ਚ ਮੋਇਸਚਰ ਉੱਡਣਾ ਸੀ, ਉਹ ਵੀ ਖਤਮ ਹੋ ਗਿਆ, ਕਿਉਂਕਿ ਢਕੀ ਪਈ ਆ ਉਹ, ਤਾਂ ਸੂਰਜ ਉਹ 'ਚੋਂ ਪਾਣੀ ਵੀ ਨਹੀਂ ਖਿੱਚ ਪਾਊਗਾ। ਠੀਕ ਹੈ, ਤਾਂ ਤੁਹਾਡੇ ਕਿਉਂਕਿ ਸਾਰੇ ਪਲਾਂਟਸ ਨੂੰ ਤੁਹਾਡੇ ਜੜ੍ਹਾਂ ਉਹ ਤਾਂ ਹੀ ਕੱਢਦੇ ਕਿਉਂਕਿ ਥੱਲੋਂ ਦੀ ਉਹਨਾਂ ਨੂੰ ਨਿਊਟ੍ਰੀਸ਼ਨ ਤੇ ਪਾਣੀ ਜ਼ਮੀਨ ਦੇ ਅੰਦਰੋਂ ਚਾਹੀਦਾ, ਤਾਂ ਉਹ ਪਾਣੀ ਬਚਿਆ ਰਹੂਗਾ, ਤੁਹਾਨੂੰ ਪਾਣੀ ਵੀ ਘੱਟ ਲਾਉਣ ਦੀ ਲੋੜ ਪੈਣੀ। ਅਗਲੀ ਚੀਜ਼ ਹੈ ਕੰਟੂਰ ਬੈਰੀਅਰ। ਦੇਖੋ ਕੰਟੂਰ ਕੀ ਹੁੰਦੇ ਆ, ਤੁਹਾਨੂੰ ਮੈਂ ਕੰਟੂਰ ਵਰਡ ਦਾ ਮਤਲਬ ਦੱਸਾਂ, ਕਿਉਂਕਿ ਕੰਟੂਰ ਵਰਡ ਕਾਫੀ ਜਗ੍ਹਾ ਤੇ ਆਉਂਦਾ ਹੈ, ਤਾਂ ਕੰਟੂਰ ਦੱਸਣਾ ਜ਼ਰੂਰੀ ਹੈ, ਆਪਾਂ ਐਟਲਸ ਪੜ੍ਹਨ ਦੇ ਵੀ ਆਪਾਂ ਨੂੰ ਕੰਮ ਆਊਗਾ। ਇਹ ਡਾਇਰੈਕਟਲੀ ਕੰਮ ਨਹੀਂ ਆਊਗਾ, ਪਰ ਵੈਸੇ ਨੌਲੇਜ ਹੋਣੀ ਚਾਹੀਦੀ ਇਹਦੇ ਬਾਰੇ। ਦੇਖੋ ਕਦੀ ਵੀ ਜਦ ਵੀ ਪਹਾੜਾਂ ਦੇ ਨਕਸ਼ੇ ਬਣਾਏ ਜਾਂਦੇ ਆ ਨਾ, ਥੋੜੀ ਜਿਹੀ ਫੌਜ ਨੂੰ ਚਾਹੀਦਾ, ਸੜਕਾਂ ਬਣਾਉਣ ਲਈ ਚਾਹੀਦਾ, ਕਦੀ ਵੀ ਨਕਸ਼ੇ ਇਦਾਂ ਨਹੀਂ ਬਣਾਏ ਜਾਂਦੇ ਕਿ ਇੱਕ ਤੇ ਇੱਕ ਇੱਦਾਂ ਪਹਾੜੀ ਬਣਾਈ ਗਈ ਆ। ਨਕਸ਼ੇ ਹਮੇਸ਼ਾ ਇਸ ਸੈਂਸ ਨਾਲ ਬਣਾਏ ਜਾਂਦੇ ਆ ਕਿ ਪਹਿਲਾਂ ਪਹਾੜਾਂ ਨੂੰ ਦੇਖਿਆ ਜਾਂਦਾ ਹੈ। ਹੁਣ ਲੈਟਸ ਸਪੋਜ਼ ਕੋਈ ਇਦਾਂ ਦਾ ਪਹਾੜ ਸੀ, ਹੁਣ ਜੇ ਤੁਸੀਂ ਆਹ ਪਹਾੜ ਦੇਖੋਗੇ, ਇੱਥੇ ਆਹ ਥੋੜਾ ਜਿਹਾ ਐਕਸਟਰਾ ਜਗ੍ਹਾ ਵੀ ਹੈ, ਇੱਥੇ ਇੱਕ ਛੋਟੀ ਜਿਹੀ ਪਹਾੜੀ ਵੀ ਹੈ, ਫਿਰ ਕੀ ਕਹਿੰਦੇ ਇਹਦੇ ਉੱਤੇ ਇੱਕ ਵੱਡਾ ਪਹਾੜ, ਮਤਲਬ ਪਹਾੜ ਦੀ ਚੋਟੀ ਅੱਡ ਵੀ ਹੈ। ਹੁਣ ਇਸ ਪਹਾੜ ਨੂੰ ਮੈਂ ਸਿੱਧੇ ਮੈਪ ਤੇ ਬਣਾਉਣਾ, ਤਾਂ ਮੈਂ ਕੀ ਕਰੂੰਗਾ, ਇਹਨਾਂ ਨੂੰ ਨਾ ਆਪਾਂ ਲਾਈਨਾਂ 'ਚ ਬਣ ਦਿੰਨੇ ਆ। ਇਹ ਲਾਈਨਾਂ ਇਸ ਹਿਸਾਬ ਨਾਲ ਹੁੰਦੀਆਂ ਕਿ ਇਸ ਜਗ੍ਹਾ ਤੇ ਹਾਈਟ ਕਿੰਨੀ ਹੈ ਤੇ ਹਾਈਟ ਕਿੰਨੀ ਤੇਜ਼ੀ ਨਾਲ ਵੱਧ ਰਹੀ ਹੈ। ਠੀਕ ਹੈ, ਜਿਵੇਂ ਇਦਾਂ ਆਪਾਂ ਬਣਾਵਾਂਗੇ ਕਿ ਹੁਣ ਮਤਲਬ ਇਸੇ ਪਹਾੜ ਨੂੰ ਰਿਪਰੈਜ਼ੈਂਟ ਕਰਨਾ ਹੈ, ਤਾਂ ਇਦਾਂ ਤੁਹਾਡਾ ਇਹ ਸਾਰੇ ਤੇ ਸਾਰੀ ਚੀਜ਼ਾਂ ਬਣਨ ਲੱਗਣਗੀਆਂ। ਹੁਣ ਜਿਵੇਂ ਆ ਥੋੜੀ ਜਿਹੀ ਐਕਸਟਰਾ ਜਗ੍ਹਾ ਹੈ, ਤਾਂ ਇੱਕ ਪਾਸੋਂ ਦੀ ਤੁਹਾਡਾ ਪਹਾੜ ਆਪਾਂ ਇਦਾਂ ਬਣਾ ਦਾਂਗੇ ਤਾਂ ਕਿ ਇਹ ਦਿਖੇ ਕਿ ਇੱਥੇ ਥੋੜੀ ਐਕਸਟਰਾ ਜਗ੍ਹਾ ਹੈ। ਠੀਕ ਹੈ, ਹੁਣ ਆਹ ਜਿਵੇਂ ਮੈਂ ਉੱਤੇ ਚੋਟੀਆਂ ਨੂੰ ਰਿਪਰੈਜ਼ੈਂਟ ਕਰਾਂ, ਪਹਿਲਾਂ ਛੋਟੀ ਚੋਟੀ ਨੂੰ ਇੱਥੇ ਇੱਕ ਆਹ ਚੋਟੀ ਬਣੂਗੀ, ਤੇ ਇਹਦੇ ਨਾਲ ਇੱਥੇ ਆ ਬਾਕੀ ਏਰੀਆ ਇੰਨਾ ਹਾਈਟ ਦਾ ਇਹ ਵੀ ਆ, ਫਿਰ ਆ ਸਭ ਤੋਂ ਵੱਡੀ ਚੋਟੀ 8 ਤੋਂ। ਤੇ ਜਦ ਵੀ ਤੁਹਾਡੀ ਫੌਜ ਜਾਂ ਕਿਸੇ ਨੇ ਮੈਪ ਪੜ੍ਹਨਾ ਹੁੰਦਾ, ਉਹ ਇਸੇ ਤਰੀਕੇ ਨਾਲ ਪੜ੍ਹਦੇ ਕਿ ਦੇਖੋ ਪਹਾੜ ਕਿਸ ਸਾਈਡ ਤੋਂ ਚੜ੍ਹਨਾ ਸੌਖਾ ਹੋਊਗਾ, ਇਸ ਸਾਈਡ ਤੋਂ ਗੈਪ ਜ਼ਿਆਦਾ ਹੈ, ਯਾਨੀ ਕਿ ਪਹਾੜ ਇੱਥੇ ਥੋੜਾ ਜਿਹਾ ਜ਼ਿਆਦਾ ਸਮੂਥ ਹੈ ਚੜ੍ਹਨ ਲਈ। ਠੀਕ ਹੈ, ਜੇ ਆਪਾਂ ਨਾ ਕਿਸੇ ਪਾਸੋਂ ਦੀ ਬਿਲਕੁਲ ਹੀ ਇਦਾਂ ਕੋਲੇ ਕੋਲੇ ਹੋਊਗਾ, ਯਾਨੀ ਕਿ ਇੱਥੇ ਬਿਲਕੁਲ ਸਿੱਧੀ ਚੜਾਈ ਆ, ਇਸ ਤਰੀਕੇ ਨਾਲ ਆਪਣਾ ਇਹ ਕੀ ਕਰਦੀ ਹੈ, ਹਰ ਲਾਈਨ ਹਾਈਟ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਕਿ 200 ਮੀਟਰ 100 ਮੀਟਰ ਉੱਤੇ ਆ, 200 ਆ, 300, ਆਹ ਵਾਲੀ ਚੋਟੀ 500 ਮੀਟਰ ਉੱਤੇ ਆ, ਆਹ 700 ਮੀਟਰ ਉੱਤੇ ਆ, ਇਸ ਤਰੀਕੇ ਨਾਲ ਲਿਖਿਆ ਹੁੰਦਾ, ਨਾਲ ਨੰਬਰ ਲਿਖੇ ਹੁੰਦੇ ਆ। ਤੇ ਇਸ ਤਰੀਕੇ ਨਾਲ ਉਹ ਪਤਾ ਲਗਾਉਂਦੇ ਕਿ ਅੱਛਾ ਆਪਣਾ ਬੈਸਟ ਰੂਟ ਇਦਾਂ ਪਊਗਾ। ਸੜਕਾਂ ਵੀ ਇਸੇ ਤਰੀਕੇ ਨਾਲ ਬਣਾਈਆਂ ਜਾਂਦੀਆਂ ਕਿ ਕਿੱਥੋਂ ਘੁਮਾ ਕੇ ਕਿੱਦਾਂ ਲੈ ਕੇ ਜਾਣਾ ਹੈ, ਤਾਂ ਕਿ ਹਾਈਟ ਇਦਾਂ ਨਹੀਂ ਹੋ ਸਕਦਾ ਨਾ ਕਿ ਇੱਕ ਜਗ੍ਹਾ ਤੋਂ ਆਹ ਸੜਕ ਕੱਢਤੀ ਤਾਂ ਚੱਕ ਕੇ ਮੈਂ ਇੱਥੇ ਇਦਾਂ ਸੜਕ ਕਰਦਾ, ਲੋਕਾਂ ਨੂੰ ਤਾਂ ਟਰੈਵਲ ਕਰਨੇ ਬਹੁਤ ਔਖਾ ਹੋਊਗਾ। ਤਾਂ ਹੌਲੀ ਹੌਲੀ ਕਿੱਦਾਂ ਇੱਕ ਪਹਾੜ ਤੋਂ ਦੂਜੇ ਪਹਾੜ ਜੋੜਨਾ ਹੈ, ਉਹ ਸਾਰੇ ਦੇ ਸਾਰੇ ਇਸੇ ਤਰੀਕੇ ਨਾਲ ਵਿਚਾਰ ਕੀਤੇ ਜਾਂਦੇ। ਤਾਂ ਇਹ ਸਿੱਧੀ ਲਾਈਨਾਂ ਨੂੰ ਆਪਾਂ ਕੰਟੂਰ ਕਹਿੰਦੇ ਹਾਂ। ਠੀਕ ਹੈ, ਕੰਟੂਰ ਬੈਰੀਅਰ ਕੀ ਹੁੰਦਾ ਕਿ ਦੇਖੋ ਆਪਾਂ ਪਹਾੜਾਂ ਤੇ ਕੀ ਕਰਦੇ ਹਾਂ, ਹੁਣ ਨਕਸ਼ੇ ਦਾ ਇਹ ਤਾਂ ਕੁਝ ਲੈਣਾ ਨਹੀਂ, ਕੰਟੂਰ ਬਸ ਸਿੱਧੀਆਂ ਲਾਈਨਾਂ ਹੋ ਗਈਆਂ, ਤਾਂ ਉਹ ਤੋਂ ਹੀ ਨਾਮ ਪਾਏ ਹੋਏ ਆ। ਆਪਾਂ ਕਰਦੇ ਹਾਂ, ਦੇਖੋ ਪਹਾੜਾਂ ਤੇ ਨਾ ਅਕਸਰ ਬਰਸਾਤ ਹੋਣ ਨਾਲ ਸਾਰਾ ਮਟੀਰੀਅਲ ਥੱਲੇ ਵਗ ਕੇ ਗਿਰ ਸਕਦਾ ਹੈ। ਆਪਾਂ ਕਰਦੇ ਹਾਂ ਇੱਥੇ ਨਾ ਖੱਡੇ ਖੋਦਦੇ ਹਾਂ, ਤੇ ਖੱਡਿਆਂ ਤੋਂ ਬਾਅਦ ਨਾ ਇੱਥੇ ਛੋਟੀ ਛੋਟੀ ਦੀਵਾਰਾਂ ਬਣਾ ਦਿੰਦੇ ਆ ਪੱਥਰਾਂ ਨਾਲ। ਇਹ ਤੋਂ ਕੀ ਹੋਊਗਾ, ਆ ਜਿਹੜਾ ਖੱਡਾ ਹੈ ਇੱਥੇ ਕੋਈ ਵੀ ਚੀਜ਼ ਜਿੰਨੀ ਵੀ ਬਰਸਾਤ ਨਾਲ ਮਿੱਟੀ ਜਾਂ ਪਾਣੀ ਜਿੰਨਾ ਵੀ ਆਇਆ, ਉਹ ਇਸ ਖੱਡੇ 'ਚ ਇਕੱਠਾ ਹੋ ਜਾਊਗਾ। ਤੇ ਅੱਗੇ ਆਹ ਦੀਵਾਰ ਇਸ ਲਈ ਬਣਾਤੀ ਹੈ ਤਾਂ ਕਿ ਇਹ ਅੱਗੇ ਇਹ ਚੀਜ਼ਾਂ ਨੂੰ ਜਾਣ ਨਾ ਦੇਵੇ। ਇਦਾਂ ਹੀ ਆਪਾਂ ਕੁਝ ਕੁਝ ਗੈਪ ਤੇ ਤੁਹਾਡੇ ਜਦ ਵੀ ਪਹਾੜਾਂ ਤੇ ਖੇਤੀ ਕਰਾਂਗੇ, ਆਪਾਂ ਇਦਾਂ ਦੇ ਬੈਰੀਅਰ ਬਣਾ ਦਾਂਗੇ
ਤਾਂ ਕਿ ਸਭ ਕੁਝ ਇੱਥੇ ਇਕੱਠਾ ਹੁੰਦਾ ਰਵੇ ਤੇ ਆਪਾਂ ਜਦ ਵੀ ਇਹਨੂੰ ਮਤਲਬ ਇੱਥੇ ਦੁਬਾਰਾ ਤੋਂ ਇੱਥੋਂ ਕੱਢ ਕੇ ਇੱਥੇ ਦੁਬਾਰਾ ਯੂਜ਼ ਕਰ ਲਈਏ। ਪਾਣੀ ਹੈਗਾ, ਪਾਣੀ ਵੀ ਕੰਮ ਆ ਜਾਊਗਾ, ਸਭ ਕੁਝ ਇਸ ਤਰੀਕੇ ਨਾਲ ਡਬਲ ਫਾਇਦਾ ਹੋ ਜਾਂਦਾ ਹੈ। ਹੁਣ ਇਸ ਤੋਂ ਬਾਅਦ ਇਦੋਂ ਅੱਗੇ ਗੱਲ ਕਰਾਂ, ਇਸ ਤੋਂ ਬਾਅਦ ਹੈ ਰੌਕ ਡੈਮ। ਰੌਕ ਡੈਮ ਕੀ ਹੁੰਦੇ ਆ? ਰੌਕ ਡੈਮ ਦਾ ਮਤਲਬ ਇਹ ਉੱਥੇ ਬਣਾਏ ਜਾਂਦੇ ਆ, ਦੇਖੋ ਕਿਤੇ ਕੋਈ ਨਦੀ ਸੀ, ਨਦੀ ਦਾ ਫਲੋ ਇੰਨਾ ਤੇਜ਼ ਹੈ, ਨਦੀ ਦਾ ਬਹਾਵ ਇੰਨਾ ਜ਼ਿਆਦਾ ਤੇਜ਼ ਹੈ ਕਿ ਆਸ-ਪਾਸ ਦੀ ਨਾ ਇਹ ਮਿੱਟੀ ਤੋੜਦੀ ਰਹਿੰਦੀ ਹੈ, ਜਿਹਦੇ ਕਾਰਨ ਆਸ-ਪਾਸ ਦੀ ਜ਼ਮੀਨ ਸਟੇਬਲ ਨਹੀਂ ਹੈ, ਠੀਕ ਹੈ, ਉਹ ਉੱਥੇ ਸੇਫ ਨਹੀਂ ਹੈ ਉਹ। ਆਪਾਂ ਚਾਹੁੰਦੇ ਕਿਸ ਤਰੀਕੇ ਨਾਲ ਆਹ ਜਿਹੜੀ ਨਦੀ ਹੈ, ਨਦੀ ਥੋੜੀ ਹੌਲੀ ਹੋ ਜਾਏ, ਤਾਂ ਆਪਾਂ ਕੀ ਕਰ ਸਕਦੇ ਹਾਂ, ਇਸ ਸਾਰੀ ਨਦੀ ਦੇ ਅੰਦਰ ਨਾ ਇੱਕ ਜਗ੍ਹਾ ਤੇ ਪੱਥਰ ਹੀ ਪੱਥਰ ਸਿੱਟ ਦਿਓ, ਇੱਕ ਦੇ ਉੱਤੇ ਇੱਕ ਪੱਥਰ ਸਿੱਟ ਦਿਓ। ਹੁਣ ਨਦੀ ਇਦਾਂ ਨਹੀਂ ਹੈ ਕਿ ਨਦੀ ਰੁਕ ਜੂਗੀ, ਨਦੀ ਆਹ ਜਿੰਨਾ ਵਿੱਚ ਗੈਪ ਹੈ, ਗੈਪ ਦੇ ਅੰਦਰੋਂ ਨਿਕਲਦੀ ਰਹੂਗੀ, ਠੀਕ ਹੈ। ਆਪ ਪੱਥਰਾਂ ਨੂੰ ਆਪਾਂ ਸੀਮੈਂਟ ਸਮੇਂਟ ਨਾਲ ਜੋੜਨਾ ਨਹੀਂ, ਬਸ ਇੱਕ ਦੇ ਉੱਤੇ ਇੱਕ ਪੱਥਰ ਗੇਰ ਕੇ ਸਾਰਾ ਬੰਦ ਕਰ ਦਿਓ। ਨਦੀ ਵਿੱਚ ਗੈਪ ਤੇ ਨਿਕਲ ਜੂਗੀ, ਪਰ ਗੈਪ ਤੋਂ ਨਿਕਲਣ ਤੋਂ ਬਾਅਦ ਇਹ ਨਾ ਹੌਲੀ ਹੋ ਜੂਗੀ, ਜਿਹਦੇ ਕਾਰਨ ਆਸ-ਪਾਸ ਦੀ ਜ਼ਮੀਨ ਟੁੱਟਣੀ ਬੰਦ ਹੋ ਜੂਗੀ ਤੇ ਇੱਥੋਂ ਜਿੰਨੀਆਂ ਸੋਇਲ ਇਰੋਜਨ ਹੋ ਰਹੀ ਸੀ ਉਹ ਹੋਣੀ ਬੰਦ ਹੋ ਜੂਗੀ। ਇਸ ਤਰੀਕੇ ਨਾਲ ਆਪਾਂ ਰੌਕ ਡੈਮ ਬਣਾ ਸਕਦੇ ਹਾਂ। ਨੈਕਸਟ ਹੈ ਤੁਹਾਡਾ ਟੈਰਿਸ ਫਾਰਮਿੰਗ। ਟੈਰਿਸ ਫਾਰਮਿੰਗ ਵੀ ਤੁਹਾਡੇ ਪਹਾੜਾਂ ਤੇ ਕੀਤੀ ਜਾਂਦੀ ਹੈ, ਠੀਕ ਹੈ। ਇਸ ਤੋਂ ਬਾਅਦ ਮੈਂ ਤੁਹਾਨੂੰ ਆਹ ਕੰਟੂਰ ਪਲੋਇੰਗ ਵੀ ਦੱਸ ਦੇਣਾ, ਪਹਾੜਾਂ ਦਾ ਸਾਰਾ ਚੀਜ਼ ਇਦਾਂ ਹੀ ਕਰ ਲਈਏ। ਟੈਰਿਸ ਫਾਰਮਿੰਗ ਹੈ ਜਿਹਨੂੰ ਆਪਾਂ ਕਦਮ ਖੇਤੀ ਵੀ ਕਹਿੰਦੇ, ਇਹਦੇ ਅੰਦਰ ਕੀ ਕਰਦੇ ਆ ਆਪਾਂ, ਇਦਾਂ ਸਟੈਪ ਜੇ ਬਣਾ ਦਿੰਨੇ ਆ ਪਹਾੜਾਂ 'ਚ। ਇਹ 'ਚ ਕੀ ਹੁੰਦਾ, ਇੱਥੇ ਕੋਈ ਵੀ ਚੀਜ਼ ਜਦ ਵੀ ਬਰਸਾਤ ਨਾਲ ਗਿਰੂਗੀ ਥੱਲੇ ਵਾਲੀ ਜ਼ਮੀਨ ਤੇ ਉਦੋਂ ਥੱਲੇ, ਤਾਂ ਇਸ ਤਰੀਕੇ ਨਾਲ ਇੱਕੋ ਜ਼ਮੀਨ ਤੇ ਇਕੱਠਾ ਹੁੰਦਾ ਰਹਿੰਦਾ ਹੈ। ਆਪਾਂ ਇੱਥੋਂ ਚੱਕ ਕੇ ਉੱਤੇ ਖੁਦ ਲੈ ਕੇ ਜਾ ਸਕਦੇ ਹਾਂ ਜੇ ਆਪਾਂ ਨੂੰ ਲੋੜ ਲੱਗੀ, ਨਹੀਂ ਤਾਂ ਆਪਣੀ ਜ਼ਮੀਨ ਤੇ ਇਹ ਸਡਨ ਫਲੋ ਨਹੀਂ ਹੋਊਗਾ। ਜੇ ਪਹਾੜ ਇਦਾਂ ਹੋਇਆ ਤਾਂ ਪਾਣੀ ਦਾ ਰਫ਼ਤਾਰ ਫੜਦਾ ਹੀ ਜਾਊਗਾ ਨਾ, ਇਸ ਤਰੀਕੇ ਨਾਲ ਰਫ਼ਤਾਰ ਟੁੱਟ ਜਾਂਦੀ ਹੈ, ਤਾਂ ਜ਼ਿਆਦਾ ਚੀਜ਼ਾਂ ਥੱਲੇ ਨਹੀਂ ਜਾ ਪਾਉਂਦੀਆਂ। ਤਾਂ ਜ਼ਿਆਦਾਤਰ ਖੇਤ ਤੁਸੀਂ ਪਹਾੜਾਂ 'ਚ ਦੇਖਦੇ ਹੋਵੋਗੇ ਇਦਾਂ ਦੇ ਬਣੇ ਹੁੰਦੇ। ਹੁਣ ਇਸ ਤੋਂ ਬਾਅਦ ਕੰਟੂਰ ਪਲੋਇੰਗ ਦੀ ਮੈਂ ਗੱਲ ਕਰਾਂ, ਕੰਟੂਰ ਪਲੋਇੰਗ ਵਿੱਚ ਕੀ ਕਰਦੇ ਹਾਂ? ਕੰਟੂਰ ਪਲੋਇੰਗ ਦਾ ਮਤਲਬ ਹੈ ਜਦੋਂ ਆਪਾਂ ਖੇਤ ਨੂੰ ਵਾਹਣਾ, ਤਿਆਰ ਕਰਨਾ ਸਾਰੇ ਖੇਤ ਨੂੰ, ਆਪਾਂ ਇਸ ਤਰੀਕੇ ਨਾਲ ਵਾਹੀਏ, ਯਾਨੀ ਕਿ ਸਾਰੀ ਕਿਆਰੀਆਂ ਆਪਾਂ ਇਸ ਤਰੀਕੇ ਨਾਲ ਤਿਆਰ ਕਰੀਏ, ਇੱਥੇ ਸਭ ਕੁਝ ਆਪਾਂ ਉਗਾਈਏ, ਤਾਂ ਕਿ ਇਹ ਆਪਣੇ ਆਪ ਜਿੱਦਾਂ ਸਟੈਪ ਜੇ ਬਣ ਜਾਣ। ਛੋਟੇ ਸਟੈਪ ਹੈ, ਆਹ ਤਾਂ ਪ੍ਰੋਪਰ ਸਟੈਪ ਵੱਡੇ ਵੱਡੇ ਬਣਾਏ ਆ ਆਪਾਂ, ਟੇਢਾ ਸਭ ਕੁਝ ਇਹ ਬਣਾਇਆ, ਜਿਹਦੇ ਕਾਰਨ ਇਹ ਲਗਾਤਾਰ ਰੁਕਾਵ ਜਿਹਾ ਬਣਦਾ ਰਵੇ। ਇੱਥੇ ਸਾਰੀ ਕਿਆਰੀਆਂ ਬਣੀਆਂ ਤੇ ਇਸ ਆਪਣੇ ਆਪ ਹੀ ਪਾਣੀ ਦਾ ਫਲੋ ਤੁਹਾਡਾ ਟੁੱਟ ਜੂਗਾ, ਠੀਕ ਹੈ। ਉਹਨੂੰ ਆਪਾਂ ਕੰਟੂਰ ਪਲੋਇੰਗ ਕਹਿੰਦੇ ਹਾਂ। ਤਾਂ ਟਰੈਕਟਰ ਨਹੀਂ ਲੱਗ ਪਾਉਂਦੇ, ਹੱਥ ਨਾਲ ਹੀ ਸਾਰਾ ਕੁਝ ਕਰਨਾ ਪੈਂਦਾ, ਤਾਂ ਬਹੁਤ ਹੀ ਮਿਹਨਤ ਦਾ ਕੰਮ ਹੈ, ਠੀਕ ਹੈ। ਹੁਣ ਇਸ ਤੋਂ ਬਾਅਦ ਆਹ ਹੈਗੀ ਹੈ ਤੁਹਾਡੀ ਅੰਤਰ ਫਸਲਾਂ ਬੀਜਣਾ, ਜਿਹਨੂੰ ਆਪਾਂ ਇੰਟਰਕ੍ਰੋਪਿੰਗ ਕਹਿੰਦੇ ਹਾਂ। ਹੁਣ ਇਹ ਕੀ ਹੁੰਦਾ ਹੈ? ਦੇਖੋ ਜਿਹੜਾ ਤੁਹਾਡਾ ਖੇਤ ਹੈ, ਖੇਤ 'ਚ ਇਹ ਬੋਲਿਆ ਜਾਂਦਾ ਹੈ ਕਿ ਜੇ ਤੁਸੀਂ ਫਸਲਾਂ ਨੂੰ ਬਚਾਉਣਾ ਹੈ, ਤਾਂ ਕੀ ਕਰੋ ਕਿ ਇੱਕ ਕਿਆਰੀ ਇੱਕ ਖੇਤ ਦੀ ਇੱਕ ਫਸਲ ਦੀ ਲਗਾਓ, ਉਹਦੇ ਨਾਲ ਇੱਕ ਹੋਰ ਦੂਜਾ ਕੋਈ ਹੋਰ ਫਸਲ ਲਗਾਓ। ਇੱਦਾਂ ਅੱਡ-ਅੱਡ ਕਿਆਰੀਆਂ ਇੱਕ ਟਾਈਮ ਤੇ, ਯਾਨੀ ਕਿ 2 ਫਸਲਾਂ ਤਾਂ ਬੀਜ ਦਿਓ। ਇਹਦੇ ਨਾਲ ਕੀ ਹੋਊਗਾ? ਦੇਖੋ ਹੁਣ ਇੱਕ ਤਾਂ ਫਸਲਾਂ ਦੀ ਜ਼ਮੀਨ ਦੀ ਪੈਦਾਵਾਰ ਵੀ ਵੱਧ ਜਾਂਦੀ ਹੈ, ਕਿਉਂਕਿ ਹਰ ਫਸਲਾਂ ਦੀ ਰਿਕੁਆਇਰਮੈਂਟ ਅੱਡ-ਅੱਡ ਹੈ। ਤਾਂ ਹਰ ਫਸਲ ਕੁਛ ਨਾ ਕੁਛ ਜ਼ਮੀਨ ਦੇ ਅੰਦਰ ਛੱਡ ਰਹੀ ਹੋਊਗੀ, ਕੁਛ ਨਾ ਕੁਛ ਜ਼ਮੀਨ ਤੋਂ ਲੈ ਰਹੀ ਹੋਊਗੀ, ਤਾਂ ਆਪਸ 'ਚ ਐਕਸਚੇਂਜ ਕਰ ਲੈਂਦੇ ਆ ਚੀਜ਼ਾਂ। ਉਹਦੇ ਇਲਾਵਾ ਕਿਉਂਕਿ ਹਰ ਫਿਰ ਕ੍ਰੌਪ ਦੀ ਹਾਈਟ ਅੱਡ-ਅੱਡ ਹੋਊਗੀ। ਦੇਖੋ ਹਵਾ ਕਦੋਂ ਰਫ਼ਤਾਰ ਫੜ ਪਾਉਂਦੀ ਹੈ? ਜਦੋਂ ਸਾਰੀ ਫਸਲਾਂ ਇੱਕੋ ਹਾਈਟ ਦੀਆਂ ਹੈ, ਥੋੜ੍ਹੀ ਹਵਾ ਨੂੰ ਰਫ਼ਤਾਰ ਮਿਲਦੀ, ਕਿਉਂਕਿ ਉਹਨੂੰ ਰੋਕਣ ਲਈ ਸਿਰਫ਼ ਇੱਕੋ ਹਾਈਟ ਤੱਕ ਹੀ ਚੀਜ਼ਾਂ, ਉਦੋਂ ਉੱਤੇ ਕੁਛ ਨਹੀਂ ਹੈ। ਪਰ ਜੇ ਅੱਡ-ਅੱਡ ਹਾਈਟ ਦਾ ਹੈਗਾ ਇਹ ਸਭ ਕੁਝ ਤੁਹਾਡਾ, ਤਾਂ ਇੱਥੇ ਜਦੋਂ ਤੁਹਾਡੀ ਹਵਾ ਚੱਲੂਗੀ, ਇਹਨੂੰ ਆਹ ਗੈਪ ਵੀ ਕਵਰ ਕਰਨਾ ਪੈ ਰਿਹਾ। ਇਹਦੇ ਕਾਰਨ ਹਵਾ ਦਾ ਫਲੋ ਵਾਰ-ਵਾਰ ਟੁੱਟੂਗਾ। ਇਸ ਕਾਰਨ ਹਵਾ ਤੁਹਾਡੀ ਮਿੱਟੀ ਨੂੰ ਨਹੀਂ ਚੱਕ ਪਾਊ। ਲਾਸਟ ਹੈ ਤੁਹਾਡੀ ਸ਼ੈਲਟਰ ਬੈਲਟ। ਹੁਣ ਸ਼ੈਲਟਰ ਬੈਲਟ ਕੀ ਹੁੰਦੀ ਹੈ? ਦੇਖੋ ਮੈਂ ਤੁਹਾਨੂੰ ਦੱਸਿਆ ਸੀ ਸਮੁੰਦਰ ਦਾ ਇਲਾਕਾ ਜਿਹੜਾ ਹੁੰਦਾ ਹੈ, ਉੱਥੇ ਰੋਜ਼ ਤੁਹਾਡੀ ਹਵਾ ਚੱਲਦੀ ਹੈ। ਜਿਹੜਾ ਤੁਹਾਡਾ ਸਮੁੰਦਰ ਆ ਗਿਆ, ਤੁਹਾਡੇ ਦਬਾਅ ਤੇ ਤਾਪਮਾਨ ਦੇ ਫਰਕ ਨਾਲ, ਜਿਵੇਂ ਮੈਂ ਤੁਹਾਨੂੰ ਸਭ ਕੁਝ ਦੱਸਿਆ ਸੀ, ਇਹ ਸਾਰੇ ਏਰੀਆ ਦੇ ਅੰਦਰ ਆ ਤੁਹਾਡਾ ਬੀਚ ਆ ਗਈ ਸਾਰੀ, ਇੱਥੋਂ ਥੋੜੀ ਰੋਜ਼ ਹਵਾ, ਜਾਂ ਤਾਂ ਇਸ ਦਿਨੇ ਇੱਧਰ ਤੋਂ ਇੱਧਰ, ਰਾਤੀ ਇੱਧਰ ਤੋਂ ਇੱਧਰ ਹਵਾ ਹਰ ਟਾਈਮ ਚੱਲ ਰਹੀ ਹੈ। ਪਰ ਹੁਣ ਹਵਾ ਚੱਲੂਗੀ ਤਾਂ ਆਪਣੇ ਨਾਲ ਇਹ ਮਿੱਟੀ ਵੀ ਤਾਂ ਉਡਾਊਗੀ। ਤਾਂ ਦੇਖੋ ਆਹ ਬੀਚ ਤੋਂ ਜਿਹੜਾ ਬਿਯੋਂਡ ਏਰੀਆ ਹੁੰਦਾ ਹੈ, ਇੱਥੇ ਆਪਾਂ ਸਾਰੇ ਇਲਾਕੇ ਨੂੰ ਬਚਾਉਣ ਲਈ ਆਪਾਂ ਕੀ ਕਰਦੇ ਹਾਂ, ਇੱਥੇ ਨਾ ਆਪਾਂ ਪੇੜਾਂ ਦੀ ਇੱਕ ਪੂਰੀ ਲਾਈਨ ਲਗਾ ਦਿੰਨੇ ਹਾਂ। ਹੁਣ ਪੇੜਾਂ ਦੀ ਲਾਈਨ ਲਾਉਣ ਨਾਲ ਕੀ ਹੁੰਦਾ, ਜਿਹੜੀ ਵੀ ਹਵਾ ਚੱਲੂਗੀ ਨਾ, ਉਹ ਜਦ ਵੀ ਆਹ ਪੇੜਾਂ ਨਾਲ ਟਕਰਾਊਗੀ, ਉਹ ਨਾਲ ਦੀ ਨਾਲ ਉਹ ਸਾਰੀ ਹਵਾ ਦਾ ਫਲੋ ਹੀ ਟੁੱਟ ਜਾਊਗਾ। ਹਵਾ ਦਾ ਫਲੋ ਟੁੱਟਿਆ, ਤੁਹਾਡੀ ਆਪਣੇ ਆਪ ਸਾਰੀ ਦੀ ਸਾਰੀ ਮਿੱਟੀ ਬਚ ਗਈ।
ਇਸੇ ਕਾਰਨ ਇਹ ਸ਼ੈਲਟਰ ਬਿਲਟ ਇਹ ਕੋਸਟਲ ਏਰੀਆ ਵਿੱਚ ਲਾਈਆਂ ਜਾਂਦੀਆਂ। ਇਹ ਸੀਗਾ ਤੁਹਾਡਾ ਅੱਜ ਦਾ ਲੈਕਚਰ। ਮਿਲਦੇ ਹਾਂ ਤੁਹਾਨੂੰ ਅਗਲੇ ਲੈਕਚਰ ਵਿੱਚ, ਜਿਹੜਾ ਆਖਰੀ ਲੈਕਚਰ ਹੋਗਾ ਐਨਸੀਈਆਰਟੀ ਭੂਗੋਲ ਦਾ।